ਤੇ ਦੁਨੀ ਚੰਦ ਪੁੱਛਦਾ ਹੈ ਕਿ ਪਿਤਾ ਜੀ ਤੁਹਾਨੂੰ ਇਹ ਜੂਨ ਕਿਵੇਂ ਪ੍ਰਾਪਤ ਹੋਈ। ਆਪ ਜੀਆਂ ਨੇ ਤਾਂ ਜੀਵਨ ਅੰਦਰ ਬੜੇ ਚੰਗੇ ਕਰਮ, ਬੜੇ ਪੁੰਨ ਦੇ ਕਰਮ ਕੀਤੇ ਸਨ। ਆਪ ਜੀਆਂ ਨੂੰ ਇਹ ਜੂਨ ਕਿਵੇਂ ਪ੍ਰਾਪਤ ਹੋਈ ਔਰ ਆਪ ਜੀਆਂ ਨੇ ਕਿਸ ਸਮੇਂ ਬਘਿਆੜ ਦੀ ਜੋ ਦੇਹੀ ਭਗਤ ਕਰਕੇ ਮਨੁੱਖਾ ਦੇਹੀ ਕਿਵੇਂ ਪ੍ਰਾਪਤ ਕੀਤੀ। ਇਸ ਪ੍ਰਕਾਰ ਦੁਨੀ ਚੰਦ ਦਾ ਪਿਤਾ ਦੱਸਦਾ ਹੈ ਕਿ ਪੁੱਤਰ ਜੀ, ਭਾਵੇਂ ਮੈਂ ਜੀਵਨ ਅੰਦਰ ਬੜੇ ਚੰਗੇ ਕਰਮ ਕੀਤੇ ਸਨ, ਪਰ ਅਖੀਰਲੇ ਸਮੇਂ ਜਦੋਂ ਮੇਰੇ ਸਵਾਸ ਨਿਕਲਣ ਵਾਲੇ ਸਨ ਤੇ ਆਪਣੇ ਗੁਆਂਢ ਵਿੱਚ ਕਿਸੇ ਨੇ ਮਾਸ ਰੰਨਿਆ ਸੀ। ਰਿਝਦੇ ਹੋਏ ਮਾਸ ਦੀ ਵਾਸ਼ਨਾ ਮੇਰੇ ਨੱਕ ਤਾਈਂ ਪਹੁੰਚੀ ਹੈ ਤੇ ਮਨ ਦੇ ਅੰਦਰ ਮਾਸ ਖਾਣ ਦਾ ਖਿਆਲ ਆਇਆ। ਮਾਸ ਖਾਣ ਦੇ ਖਿਆਲ ਨੇ ਹੀ ਜੋ ਮੇਰੀ ਅੰਤਲੀ ਸਮੇਂ ਇੱਛਾ ਜਾਗੀ, ਉਸ ਇੱਛਾ ਅਨੁਸਾਰ ਮੈਨੂੰ ਬਘਿਆੜ ਦੀ ਦੇਹੀ ਪ੍ਰਾਪਤ ਹੋਈ, ਜੂਨ ਪ੍ਰਾਪਤ ਹੋਈ। ਇਸ ਪ੍ਰਕਾਰ ਤੇ ਹੁਣ ਜਿਹੜੀ ਮੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਕਿ ਆਪਣੇ ਘਰ ਅੰਦਰ ਪੂਰਨ ਮਹਾਂਪੁਰਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹੋਏ ਨੇ। ਪੁੱਤਰ ਜੀ, ਤੁਸੀਂ ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੇ ਦਰਸ਼ਨ ਕੀਤੇ ਤੇ ਤੁਹਾਡੇ ਦਰਸ਼ਨ ਮੈਨੂੰ ਹੋਏ। ਇਸ ਪ੍ਰਕਾਰ ਪੂਰੇ ਗੁਰੂ ਦੇ ਦਰਸ਼ਨਾਂ ਦਾ ਇਹੀ ਰਾਹ ਹੈ ਕਿ ਕੋਈ ਦਰਸ਼ਨ ਕਰਕੇ ਵੀ ਆਵੇ, ਉਸਦੇ ਦਰਸ਼ਨ ਕਰ ਲਈਏ ਤਾਂ ਵੀ ਪੁੰਨ ਬਣ ਜਾਂਦੇ ਨੇ, ਪਾਪ ਕੱਟੇ ਜਾਂਦੇ ਨੇ। ਇਸ ਪ੍ਰਕਾਰ ਮੇਰੀ ਬਘਿਆੜ ਦੀ ਜੂਨ ਕੱਟੀ ਗਈ। ਇਸ ਪ੍ਰਕਾਰ ਬਘਿਆੜ ਦੀ ਜੂਨ ਕੱਟ ਕਰਕੇ ਮਨੁੱਖਾ ਦੇਹੀ ਪਾ ਕਰਕੇ ਦੁਨੀ ਚੰਦ ਦਾ ਪਿਤਾ ਪਰਲੋਕ ਸੁਧਾਰਿਆ ਹੈ। ਤੇ ਦੁਨੀ ਚੰਦ ਨੇ ਘਰ ਆ ਕਰਕੇ ਸਤਿਗੁਰਾਂ ਤਾਈਂ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਵੀ ਕੋਈ ਸੇਵਾ ਬਖਸ਼ੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸੂਈ ਦਿੱਤੀ ਹੈ ਕਿ ਦੁਨੀ ਚੰਦ ਇਹ ਸੂਈ ਸਾਂਭ ਕੇ ਰੱਖੀ, ਪਰਲੋਕ ਦੇ ਵਿੱਚ ਤੇਰੇ ਕੋਲੋਂ ਲਵਾਂਗੇ। ਤੇ ਜਦੋਂ ਆਪਣੇ ਘਰ ਜਾ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ ਹੈ ਕਿ ਸਤਿਗੁਰਾਂ ਨੇ ਇਹ ਸੂਈ ਦਿੱਤੀ ਹੈ, ਇਸ ਨੂੰ ਸਾਂਭ ਕੇ ਰੱਖ, ਗੁਆਚ ਨਾ ਜਾਵੇ। ਜਦੋਂ ਲੋਕ ਨੂੰ ਛੱਡ ਕੇ ਪਰਲੋਕ ਜਾਵਾਂਗੇ ਤੇ ਸਤਿਗੁਰੂ ਜੀ ਸਾਡੇ ਕੋਲੋਂ ਇਹ ਸੂਈ ਲੈਣਗੇ। ਦੁਨੀ ਚੰਦ ਜੀ ਘਰੋਂ ਜੋ ਘਰਵਾਲੀ ਕਹਿਣ ਲੱਗੀ ਕਿ ਪਤੀ ਜੀ, ਜਿਹੜਾ ਸਰੀਰ ਜਨਮ ਤੋਂ ਲੈ ਕੇ ਨਾਲ ਹੈ, ਇਸ ਨੇ ਨਾਲ ਨਹੀਂ ਜਾਣਾ, ਫਿਰ ਆਪਾਂ ਸੂਈ ਕਿਵੇਂ ਲਿਜਾ ਸਕਦੇ ਹਾਂ। ਇਸ ਪ੍ਰਕਾਰ ਆਪਣੀ ਪਤਨੀ ਦੇ ਵਚਨਾਂ ਨੂੰ ਸੁਣ ਕਰਕੇ ਵਿਚਾਰਾਂ ਕਰਦਾ ਦੁਨੀ ਚੰਦ ਧੰਨ ਗੁਰੂ ਨਾਨਕ ਦੇਵ ਜੀਆਂ ਕੋਲ ਆਉਂਦਾ ਹੈ ਕਿ ਮਹਾਰਾਜ ਇਹ ਸੂਈ ਤਾਂ ਅੱਗੇ ਜਾ ਨਹੀਂ ਸਕਦੀ। ਤੇ ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦ, ਜੇਕਰ ਇਹ ਸੂਈ ਨਾਲ ਨਹੀਂ ਛੋਟੀ ਜੀ ਜਾ ਸਕਦੀ ਤੇ ਜਿਹੜੇ ਕਲਮਲ ਪਾਪ ਕਰਕੇ, ਧੋਖੇ ਛਲ ਕਰਕੇ, ਕਪਟ ਕਰਕੇ ਜਿਹੜੀ ਇਹ ਮਾਇਆ ਕਮਾਈ ਹੈ, ਇਹ ਭਲਾ ਕਿਵੇਂ ਨਾਲ ਜਾਵੇ। ਹੱਥ ਜੋੜ ਲੈ ਮਹਾਰਾਜ, ਫਿਰ ਮੈਨੂੰ ਦੱਸੋ ਇਹ ਮਾਇਆ ਭਲਾ ਕਿਵੇਂ ਨਾਲ ਜਾਵੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦ, ਜੇਕਰ ਇਹ ਮਾਇਆ ਨਾਲ ਲੈ ਕੇ ਜਾਣੀ ਹੈ ਤੇ ਇਹਨਾਂ ਨੂੰ ਧਰਮ ਦਿਆਂ ਕਰਮਾਂ ਵਿੱਚ ਖਰਚਣਾ ਕਰ। ਮਨੁੱਖ ਦੇ ਤਿੰਨ ਮਿੱਤਰ ਹੁੰਦੇ ਨੇ, ਦਰਦ, ਪੈਸਾ, ਪਰਿਵਾਰ, ਕਰਮ। ਇਸ ਪ੍ਰਕਾਰ ਜਿਹੜੀ ਪੈਸੇ ਦੀ ਸਾਂਝ ਹੈ, ਜਦੋਂ ਤੱਕ ਸਰੀਰ ਦੇ ਅੰਦਰ ਸਵਾਸ ਨੇ ਉਦੋਂ ਤੱਕ ਹੈ। ਪਰਿਵਾਰ ਦੀ ਸਾਂਝ ਵੀ ਉਦੋਂ ਤੱਕ ਹੈ ਜਦੋਂ ਤੱਕ ਇਹ ਦੇਹੀ, ਇਹ ਤਨ ਕੋਲੇ ਹੈ। ਪਰ ਜਿਹੜੇ ਕਰਮ ਹਨ ਉਹ ਲੋਕ ਅਤੇ ਪਰਲੋਕ ਵਿੱਚ ਨਾਲ ਰਹਿੰਦੇ ਨੇ। ਉਹਨਾਂ ਕਰਮਾਂ ਅਨੁਸਾਰ ਹੀ ਲੇਖਾ ਜੋਖਾ ਹੁੰਦਾ। ਸੁਣ ਕਰਕੇ ਦੁਨੀ ਚੰਦ ਵਿਚਾਰਾਂ ਕਰਦਾ ਹੋਇਆ, ਸਤਿਗੁਰਾਂ ਦੇ ਬਚਨਾਂ ਨੂੰ ਮੰਨਦਾ ਹੋਇਆ, ਆਪਣੀ ਸਾਰੀ ਮਾਇਆ ਇਸ ਪ੍ਰਕਾਰ ਸੰਗਤ ਜੀ ਧਰਮ ਦੇ ਕਰਮਾਂ ਵਿੱਚ ਲਾਉਣੀ ਸ਼ੁਰੂ ਕਰਦਾ ਹੈ। ਹਰ ਰੋਜ਼ ਨਾਮ ਜਪਦਾ ਹੈ, ਸਤ ਸੰਗਤ ਕਰਦਾ ਹੈ। ਇੱਥੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਭਾ ਨਿਹਾਲ ਤਤਕਾਲ ਵਿਸਾਲਾ। ਇਸ ਪ੍ਰਕਾਰ ਦੁਨੀ ਚੰਦ ਧੰਨ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨਾਂ ਨੂੰ ਕਮਾਉਂਦਾ ਹੋਇਆ ਆਪਣਾ ਜੀਵਨ ਸਫਲ ਕਰਦਾ ਹੈ। ਧਨ ਉਪਦੇਸ਼ ਜੋ ਦਇਓ ਦਿਆਲਾ, ਜੋ ਦਿਆਲੂ ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ, ਦੁਨੀ ਚੰਦ ਨੇ ਆਪਣੇ ਜੀਵਨ ਅੰਦਰ ਕਮਾਇਆ ਹੈ ਜੀ। ਤਿਸ ਤੇ ਵਿਦਾ ਹੋਏ ਬਿਦਨੀ ਕੀ, ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਲਾਹੌਰ ਸ਼ਹਿਰ ਤੋਂ ਚੱਲਦੇ ਹੋਏ ਦੁਨੀ ਚੰਦ ਕੋਲੋਂ ਆਗਿਆ ਲੈਂਦੇ ਵਿਦਾ ਹੁੰਦੇ ਨੇ। ਸਿਮਰਤ ਸੌਦ ਕੀਨੀ ਭਗਨੀ ਤੇ ਗੁਰੂ ਕੀ, ਨਾਨਕ ਪਾਤਸ਼ਾਹ ਨੇ ਆਪਣੇ ਧਿਆਨ ਅੰਦਰ ਜਾਣਿਆ ਹੈ ਕਿ ਸਾਡੀ ਭੈਣ ਬੇਬੇ ਨਾਨਕੀ ਹੁਣ ਸਾਨੂੰ ਯਾਦ ਕਰਦੀ ਹੈ। ਮਰਦਾਨੇ ਸੋ ਗਿਰਾ ਅਲਾਈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨੇ ਤੱਕ ਕਹਿਣ ਲੱਗੇ ਨੇ, ਕੀਓ ਯਾਦ ਭਗਨੀ ਮੁਝਤਾਈ। ਕਿ ਭਾਈ ਮਰਦਾਨਾ ਜੀ ਸਾਡੀ ਭੈਣ ਨੇ ਹੁਣ ਸਾਨੂੰ ਯਾਦ ਕੀਤਾ ਹੈ ਤੇ ਅਸੀਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਉਸੇ ਸਮੇਂ ਆ ਕਰਕੇ ਤੁਹਾਨੂੰ ਦਰਸ਼ਨ ਬਖਸ਼ਾਂਗੇ। ਚੱਲ ਸੁਲਤਾਨਪੁਰੇ ਸੁਧ ਲੀਜੈ, ਚਲੋ ਭਾਈ ਬਾਲਾ, ਚਲੋ ਭਾਈ ਮਰਦਾਨਾ ਜੀ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕਰਕੇ ਆਪਣੇ ਪਰਿਵਾਰਾਂ ਦੀ ਖਬਰ ਲਈਏ ਜੀ। ਬੇਬੇ ਜੀ ਕੀ ਖੁਸ਼ੀ ਕਰੀਜੈ, ਤੇ ਬੇਬੇ ਨਾਨਕੀ ਦੇ ਮਨ ਅੰਦਰ ਜੋ ਸਾਡੇ ਦਰਸ਼ਨਾਂ ਦੀ ਇੱਛਾ ਹੈ ਉਹ ਪੂਰਨ ਕਰੀਏ ਜੀ। ਆਸ ਕਹਿ ਗਮਨੇ ਇੱਕ ਛਿਨ ਮਾਹੀ, ਏਦਾਂ ਕਹਿ ਕਰਕੇ ਮਹਾਰਾਜ ਲਾਹੌਰ ਤੋਂ ਪਲ ਦੇ ਵਿੱਚ ਸੁਲਤਾਨਪੁਰ ਲੋਧੀ ਪਹੁੰਚੇ ਨੇ। ਪਹੁੰਚਤ ਪੇਪਰ ਹੁਤੋ ਜਹਾਹੀ, ਇਸ ਪ੍ਰਕਾਰ ਜਿੱਥੇ ਆਪਣਾ ਘਰ ਹੈ ਬੇਬੇ ਨਾਨਕੀ ਜੀ ਦਾ, ਉੱਥੇ ਪਾਤਸ਼ਾਹ ਜੀ ਭਾਈ ਬਾਲੇ ਮਰਦਾਨੇ ਨੂੰ ਲੈ ਕਰਕੇ ਪਹੁੰਚੇ ਨੇ। ਸਦਨ ਸੁਸਾ ਕੇ ਪ੍ਰਵਿਸੇ ਜਬਹੀ, ਇਸ ਪ੍ਰਕਾਰ ਜਦੋਂ ਬੇਬੇ ਨਾਨਕੀ ਜੀ ਦੇ ਘਰ ਦਾ ਦਰਵਾਜ਼ਾ ਸਤਿਗੁਰੂ ਜੀ ਲੰਘੇ ਨੇ। ਆਰਖ ਭਰੀ ਦੂਰ ਨ ਉਠਤਬਹੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਵੀਰ ਨੂੰ ਆਉਂਦਿਆਂ ਵੇਖ ਕਰਕੇ ਬੇਬੇ ਨਾਨਕੀ ਜੀ ਬੜਾ ਖੁਸ਼ ਹੋਏ ਉੱਠੇ ਨੇ। ਕਰ ਬੰਦਨਾ ਪਗ ਪਰਧਾਈ, ਤੇ ਦਾਵ ਕਰਕੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਨ ਲੱਗੀ ਹੈ। ਲੋਚਨ ਤੇ ਜਲ ਧਾਰ ਬਹਾਈ, ਤੇ ਵੀਰ ਦਾ ਮਿਲਾਪ ਹੋਇਆ ਹੈ, ਅੱਖਾਂ ਰਾਹੀਂ ਹੰਝੂ ਸੁੱਟ ਰਹੀ ਬੜਾ ਬੈਰਾਗ ਜਾਗਿਆ ਹੈ। ਕਰ ਪਰ ਲੈ ਸਿਰ ਕਹਿ ਹਿਤ ਪੈਨਾ, ਜਦੋਂ ਬੇਬੇ ਨਾਨਕੀ ਜੀ ਨੇ ਆਪਣਾ ਸਿਰ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਤੇ ਝੁਕਾਇਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੇਬੇ ਨਾਨਕੀ ਜੀ ਦਾ ਸਿਰ ਆਪਣੇ ਹੱਥਾਂ ਵਿੱਚ ਲੈ ਕੇ ਉੱਪਰ ਚੁੱਕਿਆ ਹੈ ਤੇ ਕਹਿਣਾ ਕੀਤਾ ਹੈ ਕਿ ਬੇਬੇ ਨਾਨਕੀ ਜੀ ਆਪ ਜੀ ਸਾਤੋਂ ਉਮਰ ਵਿੱਚ ਵੱਡੇ ਹੋ ਤੇ ਆਪ ਜੀਆਂ ਦਾ ਸਾਡੇ ਚਰਨੀ ਹੱਥ ਲਾਉਣਾ ਬਣਦਾ ਨਹੀਂ। ਪੈਸ ਗਏ ਮੰਚ ਪਰ ਗੁਣ ਐਨਾ, ਇਸ ਪ੍ਰਕਾਰ ਇੱਕ ਸੁੰਦਰ ਪਲੰਘ ਜੋ ਘਰ ਦੇ ਵਿਹੜੇ ਵਿੱਚ ਡਾਇਆ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾ ਕਰਕੇ ਉਸ ਪਲੰਘ ਤੇ ਬੈਠੇ ਨੇ। ਤਹਿਸਿਨ ਚੱਲ ਜਰਾਮ ਤਹ ਆਵਾ, ਇੰਨੇ ਕੁ ਸਮੇਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਜਾ ਜੀ ਬੇਬੇ ਨਾਨਕੀ ਜੀ ਦੇ ਪਤੀ ਜੀ ਭਾਈ ਜਰਾਮ ਆਏ ਨੇ। ਦਸ ਬਿਲੋਕਤ ਔਰ ਹਰ ਖਾਵਾ, ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਵਿੱਚ ਬੈਠਿਆਂ ਵੇਖ ਕਰਕੇ ਬੜਾ ਖੁਸ਼ ਹੋਏ ਨੇ। ਕਰ ਬੰਧਨ ਬੈਸਿਓ ਕਰ ਪ੍ਰੇਮਾ, ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਕੋਲ ਬੈਠਾ ਹੈ। ਪੂਜ ਪਰਸ ਪਰ ਕੁਸਲਮ ਖੀਮਾ, ਸੁਖ ਸ਼ਾਂਤ ਦੀ ਖਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਪੁੱਛੀ ਬੜਾ ਪ੍ਰਸੰਨ ਹੋਏ ਨੇ। ਬਹੁਤ ਵਰਖ ਬੀਤੇ ਬਿਨ ਦਰਸ਼ਨ, ਤੇ ਬੇਬੇ ਨਾਨਕੀ ਜੀ ਕਹਿਣ ਲੱਗੀ ਹੈ ਵੀਰ ਜੀ ਹੈ ਭਰਾਤਾ ਜੀ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ ਬੜੇ ਸਾਲ ਬਤੀਤ ਹੋਏ ਨੇ। ਇਉਂ ਕਹਿ ਭਗਨੀ ਗੀਰਤ ਆਸਨ, ਇਹਦਾ ਕਹਿ ਕਰਕੇ ਬੇਬੇ ਨਾਨਕੀ ਜੀ ਰੋਣ ਲੱਗੇ ਨੇ।
ਹਮੈ ਵਿਸਾਰ ਦਇਓ ਨਿਜ ਮਨ ਦੇ। ਇਹ ਭਰਾਤਾ ਕੈਸਾ ਤੁਸੀਂ ਪਰਿਵਾਰ ਨਾਲੋਂ ਮੋਹ ਤੋੜਿਆ ਹੈ। ਤੁਸੀਂ ਤਾਂ ਸਾਨੂੰ ਮਨ ਤੋਂ ਹੀ ਵਿਸਾਰ ਦਿੱਤਾ, ਭੁੱਲ ਗਏ ਹੋ। ਹਾਰਕ ਹੋਤ ਰਾਵਰ ਦਰਸ਼ਨ ਤੇ ਤੇ। ਆਪ ਜੀਆਂ ਦੇ ਦਰਸ਼ਨ ਕਰਕੇ ਸਾਡੇ ਦਿਲ ਨੂੰ ਕਿੰਨੀ ਖੁਸ਼ੀ, ਕਿੰਨਾ ਚੈਨ ਮਿਲਦਾ ਹੈ, ਇਹ ਅਸੀਂ ਜਾਣਦੇ ਹਾਂ ਜਾਂ ਰੱਬ ਜਾਣਦਾ ਹੈ। ਹਾਥ ਬੰਦ ਬੋਲਿਓ ਜੈ ਰਾਮਾ। ਤੇ ਭਾਈ ਜੈ ਰਾਮ ਜੀਆਂ ਨੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਤਾਈਂ ਬੇਨਤੀ ਕੀਤੀ ਹੈ। ਕਰੁਣਾ ਕਰੋ ਰੱਖੋ ਅਬ ਧਾਮਾ। ਇਸ ਪ੍ਰਕਾਰ ਹੈ ਗੁਰੂ ਨਾਨਕ ਦੇਵ ਜੀ ਕਿਰਪਾ ਧਾਰੋ, ਘਰ ਦੇ ਵਿੱਚ ਹੀ ਵਿਰਾਜੋ ਜੀ। ਵੈਸੇ ਸਿਮਰੋ ਸਦਾ ਗੋਬਿੰਦੰ। ਤੇ ਘਰ ਦੇ ਵਿੱਚ ਬੈਠ ਕਰਕੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਕਰ ਲਵੋ। ਹਮਕੋ ਦੇਵਤ ਰੱਖੋ ਆਨੰਦੰ। ਬਸ ਘਰ ਦੇ ਵਿੱਚ ਬੈਠ ਕਰਕੇ ਸਾਨੂੰ ਖੁਸ਼ੀਆਂ ਬਖਸ਼ੋ ਜੀ। ਸ੍ਰੀ ਚੰਦ ਬਾਹਰ ਤੇ ਆਇਓ। ਇੰਨੇ ਕੁ ਸਮੇਂ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਬਾਹਰੋਂ, ਘਰ ਤੋਂ ਬਾਹਰੋਂ ਆਇਆ ਹੈ। ਨਮਸਕਾਰ ਔਰ ਹਰਖਾਇਓ। ਤੇ ਬਾਬੇ ਸ਼੍ਰੀ ਚੰਦ ਨੇ ਆਪਣੇ ਪਿਤਾ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ, ਬੜਾ ਖੁਸ਼ ਹੋਇਆ ਹੈ। ਵੈਸੇ ਮਿਲ ਕੇ ਸਰਬ ਸਮੀਪਾ। ਸਾਰਾ ਪਰਿਵਾਰ ਹੀ ਸ਼ਾਮ ਦੇ ਸਮੇਂ ਇਕੱਠੇ ਹੋ ਕਰਕੇ ਬੈਠੇ ਨੇ। ਬਚਨ ਭਣੀ ਬੇਦੀ ਕੁਲਦੀਪਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਹੋਏ ਸਾਰਿਆਂ ਤਾਈਂ ਕਹਿੰਦੇ ਨੇ। ਦੇਸ ਵਿਦੇਸਨ ਦੇਖਣ ਹੇਤਾ। ਇਹ ਭੈਣ ਜੀ ਸਾਡੇ ਮਨ ਦੇ ਅੰਦਰ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚ ਵਿਚਰਨ ਦੀ ਇੱਛਾ ਹੈ। ਜਾਂਦੇ ਰਹਿਓ ਨਾ ਜਾਤ ਨਕੇਤਾ। ਇਸ ਲਈ ਤੁਹਾਡੇ ਕੋਲ, ਤੁਹਾਡੇ ਨਜ਼ਦੀਕ ਸਾਥੋਂ ਘਰ ਵਿੱਚ ਰਹਿਆ ਨਹੀਂ ਜਾਂਦਾ। ਜਬ ਸਿਮਰਨ ਕਰੋ ਤੁਮ ਮੇਰਾ। ਤੇ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ, ਤਬ ਸਮੀਪ ਆਵੋ ਬਿਨ ਤੇਰਾ। ਇਹ ਮੇਰਾ ਵਾਅਦਾ ਹੈ, ਮੈਂ ਉਸੇ ਸਮੇਂ ਆਪ ਜੀਆਂ ਦੇ ਕੋਲ ਆਵਾਂਗਾ। ਬਹੁ ਪ੍ਰਕਾਰ ਦੇ ਤੀਰਥ ਸਭ ਹੀ। ਇਹਦਾ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਰਾਤਰੀ ਤੱਕ ਸਮਝਾਇਆ ਹੈ। ਰੈਨ ਵਸੇਰਾ ਕੀਏ ਤਹਿ ਤਬ ਹੀ। ਇੱਕ ਰਾਤ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੀਸਰੀ ਉਦਾਸੀ ਨੂੰ ਸੰਪੂਰਨ ਕਰਕੇ ਬੇਬੇ ਨਾਨਕੀ ਜੀ ਦੇ ਘਰ ਅੰਦਰ ਠਹਿਰੇ ਨੇ। ਭੋਰ ਹੋਤ ਮਿਲ ਕੇ ਸਭ ਹੀ ਸਾਥਾ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਹੈ, ਸਾਰਿਆਂ ਹੀ ਤਾਈਂ ਬੇਬੇ ਨਾਨਕੀ ਤਾਈਂ ਭਾਈ ਜੈ ਰਾਮ ਤਾਈਂ ਔਰ ਆਪਣੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਤਾਈਂ ਮਿਲੇ ਨੇ। ਗਮਨ ਕਰਿਓ ਬੇਦੀ ਕੁਲਨਾਥਾ। ਇਸ ਪ੍ਰਕਾਰ ਬੇਦੀਆਂ ਦੀ ਕੁਲ ਦੇ ਮਾਲਕ ਗੁਰੂ ਨਾਨਕ ਦੇਵ ਜੀਆਂ ਨੇ ਘਰ ਤੋਂ ਚਾਲਾ ਪਾਇਆ ਹੈ। ਪੂਰਨ ਮਾਤ ਪਿਤਾ ਕੀ ਚਾਹੂ। ਤੇ ਫਿਰ ਬਾਬਾ ਕਾਲੂ ਔਰ ਮਾਤਾ ਤ੍ਰਿਪਤਾ ਜੀ ਜੋ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਮਾਤਾ ਪਿਤਾ ਨੇ, ਉਹਨਾਂ ਦੇ ਅੰਦਰ ਵੀ ਸਤਿਗੁਰਾਂ ਨੂੰ ਮਿਲਣ ਦੀ ਇੱਛਾ ਤੇ ਸਤਿਗੁਰੂ ਜੀ ਉਹ ਇੱਛਾ ਪੂਰਨ ਕਰਨ ਵਾਸਤੇ ਤਲਵੰਡੀ ਪਹੁੰਚੇ ਦੁਖਦਾਹੂ। ਮਹਾਰਾਜ ਸੁਲਤਾਨਪੁਰ ਲੋਧੀ ਤੋਂ ਚੱਲਦੇ ਹੋਏ ਭਾਈ ਬਾਲੇ ਮਰਦਾਨੇ ਨੂੰ ਨਾਲ ਲੈ ਕਰਕੇ ਰਾਏ ਭੋਏ ਦੀ ਤਲਵੰਡੀ ਪਹੁੰਚੇ ਨੇ। ਦੋਏ ਕੋਸ ਪਰ ਕੂਪ ਜੋ ਨੀਕਾ। ਜਦੋਂ ਦੋ ਕੋਹਾਂ ਦੇ ਉੱਪਰ ਨਗਰ ਰਹਿ ਗਿਆ ਹੈ ਨਾ, ਉੱਥੇ ਭਾਈ ਬਾਲੇ ਦੇ ਪਰਿਵਾਰ ਬਾਬਾ ਚੰਦਰਭਾਨ ਦਾ ਖੂਹ ਹੈ, ਖੇਤ ਹੈ। ਉਸ ਖੇਤ ਦੇ ਵਿੱਚ ਮਹਾਰਾਜ ਆ ਕੇ ਟਿਕੇ ਨੇ। ਛਾਇਆ ਸੰਗਨ ਜਹਾਂ ਰਮਨੀਕਾ। ਜਿਸ ਖੂਹ ਦੇ ਉੱਪਰ ਰੁੱਖਾਂ ਦੀ ਬੜੀ ਗੂੜੀ ਛਾਂ ਹੈ। ਬੈਠ ਗਏ ਜਗ ਗੁਰ ਤਹਿ ਥਾਈ। ਉੱਥੇ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਮਰਦਾਨੇ ਨੂੰ ਲੈ ਕਰਕੇ ਨਗਰ ਤੋਂ ਬਾਹਰ ਬੈਠੇ ਨੇ। ਦਵੈ ਕਟਕਾ ਜਬ ਦੀਨ ਬਿਤਾਈ। ਜਦੋਂ ਉਸ ਅਸਥਾਨ ਤੇ ਬੈਠਿਆਂ ਨੇ 2 ਘੜੀਆਂ ਬਤੀਤ ਕੀਤੀਆਂ ਨੇ। ਹੱਥ ਬੰਦ ਬੋਲਿਓ ਮਰਦਾਨਾ। ਤੇ ਭਾਈ ਮਰਦਾਨੇ ਨੇ ਹੱਥ
ਬੰਨ ਕੇ ਸਤਿਗੁਰਾਂ ਤਾਈਂ ਬੇਨਤੀ ਕੀਤੀ ਹੈ ਜੀ। ਮੁਝਕੋ ਆਗਿਆ ਕਰੋ ਬਖਾਨਾ। ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੇਕਰ ਆਪ ਜੀਆਂ ਦੀ ਆਗਿਆ ਹੋਵੇ ਨਿਜ ਕਟੰਬ ਲਿਆਵੋ ਸੁਧ ਅਬਹੀ। ਮਹਾਰਾਜ ਮੈਂ ਵੀ ਆਪਣੇ ਪਰਿਵਾਰ ਨੂੰ ਜਾ ਕੇ ਮਿਲ ਆਵਾਂ, ਖਬਰ ਸਾਰ ਲੈ ਆਵਾਂ। ਭੈ ਮ੍ਰਿਤਕ ਕੈ ਜੀਵਤ ਸਭਹੀ। ਪਤਾ ਕਰਿਆ ਵਾ ਮੇਰੇ ਪਰਿਵਾਰ ਦਾ ਕੋਈ ਜੀ ਜਿਉਂਦਾ ਹੈ ਜਾਂ ਸਾਰੇ ਮਰ ਮੁੱਕ ਗਏ ਨੇ। ਬਹੁਤ ਬਾਖ ਮਹਿ ਨਿਜਪੁਰ ਆਏ। ਮਹਾਰਾਜ ਵੇਖੋ ਕਿੰਨਿਆਂ ਸਾਲਾਂ ਬਾਅਦ ਆਪਾਂ ਨਗਰ ਦੇ ਨੇੜੇ ਆਏ ਹਾਂ। ਨਿਕਸੇ ਬਾਹਰ ਨਾ ਫੇਰੂ ਪਾਏ। ਮਹਾਰਾਜ ਇੱਕ ਵਾਰ ਨਗਰ ਤੋਂ ਚਲੇ ਗਏ, ਮੁੜ ਕੇ ਆਏ ਨਹੀਂ। ਸੁਨ ਕਰ ਬਿਕਸੇ ਕਿਰਪਾਨ ਕੀਤਾ। ਭਾਈ ਮਰਦਾਨੇ ਦੀਆਂ ਭੋਲੀਆਂ ਗੱਲਾਂ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਹੱਸੇ ਨੇ। ਬੋਲੇ ਹਰਖ ਦੇਨ ਕੇ ਹਿਤਾ। ਮਹਾਰਾਜ ਇਸ ਪ੍ਰਕਾਰ ਖੁਸ਼ੀਆਂ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਭਾਈ ਮਰਦਾਨੇ ਤਾਈਂ ਬੋਲੇ ਨੇ। ਜੇ ਤੇਰੇ ਸੰਬੰਧੀ ਮਰ ਹੈ। ਜੇਕਰ ਭਾਈ ਮਰਦਾਨਾ ਜੀ ਸਾਡੇ ਗਿਆ ਤੋਂ ਤੇਰੇ ਸੰਬੰਧੀ, ਤੇਰੇ ਮਾਤਾ ਪਿਤਾ ਪਰਿਵਾਰ ਮਰ ਜਾਵੇ। ਅਵਰ ਕਾਜ ਹਮ ਜਗ ਕਸ ਕਰ ਹੈ। ਤੇ ਫਿਰ ਆਪਾਂ ਸੰਸਾਰ ਦੇ ਵਿੱਚ ਵਿਚਰ ਕੇ ਕੀ ਕਰਾਂਗੇ? ਸੰਸਾਰ ਦੇ ਜਿਹੜੇ ਹੋਰ ਕਾਰਜ ਹਨ ਉਹ ਕਿਵੇਂ ਕਰਾਂਗੇ? ਜੇਕਰ ਸਾਡੇ ਗਿਆ ਤੋਂ ਸਾਡਾ ਪਰਿਵਾਰ ਹੀ ਮਰ ਜਾਵੇਗਾ। ਹਮ ਹੋਵਤ ਨਹੀਂ ਚਿੰਤਾ ਕਰੀਏ। ਭਾਈ ਮਰਦਾਨਾ ਜੀ ਜਿੰਨਾ ਟਾਈਮ ਤੁਸੀਂ ਸਾਡੇ ਨਾਲ ਹੋ ਰਤੀ, ਪਰ ਇਹਨਾਂ ਗੱਲਾਂ ਦੀ ਚਿੰਤਾ ਨਾ ਕਰੋ। ਨਿਕਟ ਨਾ ਜਮ ਕੋ ਤਰਾਸ ਵਿਚਰੀਏ। ਤੁਹਾਡੇ ਤਾਂ ਕੀ, ਤੁਹਾਡੇ ਪਰਿਵਾਰ ਦੇ ਤਾਂ ਕੀ, ਤੁਹਾਡੇ ਰਿਸ਼ਤੇਦਾਰਾਂ ਦੇ ਨੇੜੇ ਵੀ ਜਮ ਨਹੀਂ ਆਵੇਗਾ। ਜੇ ਅਬ ਤੋਂ ਮਨ ਐਸੀ ਆਈ। ਤੇ ਜੇਕਰ ਪਰਿਵਾਰ ਨੂੰ ਮਿਲਣ ਦੀ ਤੁਹਾਡੇ ਅੰਦਰ ਇੱਛਾ ਜਾਗੀ ਹੈ। ਮਿਲੋ ਕਟੰਬ ਸਰਬ ਕੋ ਜਾਈ। ਤੇ ਛੇਤੀ ਦੇ ਨਾਲ ਜਾ ਕਰਕੇ ਤੁਸੀਂ ਸਾਰੇ ਪਰਿਵਾਰ ਨੂੰ ਮਿਲ ਆਵੋ। ਕਾਲੂ ਕੇ ਸਮੀਪ ਜੇ ਜਾਵੋ। ਪਰ ਇੱਕ ਗੱਲ ਯਾਦ ਰੱਖਿਓ, ਜੇਕਰ ਰਸਤੇ ਦੇ ਵਿੱਚ, ਨਗਰ ਦੇ ਵਿੱਚ ਸਾਡੇ ਪਰਿਵਾਰ ਦਾ ਕੋਈ ਵੀ ਜੀ ਤੁਹਾਨੂੰ ਮਿਲਿਆ। ਹਮਰੀ ਸੋਤ ਨਹਿ ਤਨਹਿ ਸੁਨਾਵੋ। ਤੇ ਸਾਡੀ ਖਬਰ ਮਤ ਦੇਣਾ, ਸਾਡੇ ਬਾਰੇ ਮਤ ਦੱਸਣਾ ਕਿ ਗੁਰੂ ਨਾਨਕ ਵੀ ਆਏ ਨੇ। ਮਿਲ ਪਰਿਵਾਰ ਬਹੁਰ ਤੁਮ ਆਵੋ। ਬਸ ਤੁਸੀਂ ਆਪਣੇ ਪਰਿਵਾਰ ਨੂੰ ਮਿਲ ਕਰਕੇ ਖੁਸ਼ੀ ਵਾਪਸ ਆ ਜਾਵੋ। ਕਰਕੇ ਮੋਹ ਨਾ ਬਿਲਮ ਲਗਾਵੋ। ਤੇ ਪਰਿਵਾਰ ਦੇ ਮੋਹ ਵਿੱਚ ਨਾ ਫਸਣਾ, ਜ਼ਿਆਦਾ ਸਮਾਂ ਨਾ ਲਾਉਣਾ ਜੀ। ਕਹਿ ਮਰਦਾਨਾ ਸੁਣ ਬਚ ਗੁਰ ਕੋ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਿਆ ਲੈ ਕਰ ਜਾਵੋ ਮੈਂ ਘਰ ਕੋ। ਮਹਾਰਾਜ ਇੰਨਿਆਂ ਸਾਲਾਂ ਬਾਅਦ ਘਰ ਜਾਣਾ ਹੈ। ਘਰੇ ਬੱਚੇ ਨੇ, ਘਰ ਵਾਲੀ ਹੈ, ਮਾਤਾ ਪਿਤਾ ਹੈ, ਤੇ ਖਾਲੀ ਹੱਥ ਜਾਂਦਾ ਚੰਗਾ ਨਹੀਂ ਲੱਗਾਗਾ। ਬਹੁਰ ਬਾਖ ਘਰ ਬਹਿਰ ਬਿਤਾਏ। ਮਹਾਰਾਜ ਕਿੰਨੇ ਸਾਲ ਆਪਾਂ ਘਰ ਤੋਂ ਬਾਹਰ ਬਤੀਤ ਕਰ ਦਿੱਤੇ ਨੇ। ਛੂਛਾ ਅਬ ਕਿਆ ਦੇਵੋ ਜਾਏ। ਮਹਾਰਾਜ ਮੇਰੇ ਹੱਥ ਖਾਲੀ ਨੇ, ਕੀ ਘਰ ਨੂੰ ਜਾ ਕੇ ਦੇਵਾਂਗਾ। ਗੁਰ ਕਹੈ ਰੂਰਨ ਮੁਸ਼ਟ ਉਚਾਵੋ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ ਜੀ ਜੇਕਰ ਖਾਲੀ ਹੱਥੀ ਨਹੀਂ ਜਾਣਾ, ਆ ਵੇਖੋ ਰੋੜੀਆਂ ਦਾ ਢੇਰ ਲੱਗਿਆ ਹੈ, ਜਿੰਨੀਆਂ ਮਰਜ਼ੀ ਮੁੱਠੀਆਂ ਭਰ ਕੇ ਆਪਣੇ ਪੱਲੇ ਵਿੱਚ ਪਾ ਲਵੋ। ਬਾਂਧ ਚੀਰ ਸੰਦੇਹ ਮਿਟਾਵੋ। ਤੇ ਇਹਨਾਂ ਨੂੰ ਆਪਣੇ ਪੱਲੇ ਦੇ ਨਾਲ ਬੰਨ ਕਰਕੇ ਰੋੜਾਂ ਨੂੰ ਮਨ ਦੇ ਅੰਦਰ ਸ਼ੰਕਾ ਨਾ ਕਰਨਾ ਕਿ ਮੈਂ ਖਾਲੀ ਹੱਥ ਚੱਲਿਆ ਹਾਂ ਜਾਂ ਮੇਰੇ ਪੱਲੇ ਕੱਲੇ ਇਹ ਰੋੜ ਨੇ। ਘਰ ਮਹਿ ਜਾਹੋ ਖੋਲ ਦੇਹੁ ਤਾਹੀ। ਇਸ ਪ੍ਰਕਾਰ ਜਦੋਂ ਘਰ ਦੇ ਵਿੱਚ ਜਾ ਕਰਕੇ ਇਸ ਕੱਪੜੇ ਦੀ ਜਿਹੜੀ ਬੰਨੀ ਹੋਈ ਗੰਢੀ ਹੈ, ਪੱਲੇ ਦੇ ਵਿੱਚ ਬੰਨਿਆ ਹੋਇਆ ਰੋੜਾਂ ਨੂੰ ਖੋਲੋਗੇ। ਅਵੈ ਹੈ ਸੋਜੇ ਚਾਹੋ ਮਨ ਮਾਹੀ। ਜੋ ਤੁਹਾਡੇ ਮਨ ਦੇ ਵਿੱਚ ਇੱਛਾ ਜਾਗੇਗੀ ਨਾ ਕਿ ਮੈਂ ਪਰਿਵਾਰ ਦੇ ਵਾਸਤੇ ਆਹ ਲੈ ਕੇ ਚੱਲਿਆ ਹਾਂ, ਯਾਦ ਰੱਖੀ
ਇਹ ਰੋੜ ਉਹੀ ਬਣ ਜਾਣਗੇ। ਏਕ ਮੁਸ਼ਟ ਤਬਲੇ ਮਰਦਾਨੇ। ਇਹ ਭਾਈ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨਿਆ ਹੈ। ਇੱਕ ਮੁੱਠੀ ਰੋੜਿਆਂ ਦੀ ਚੱਕ ਕੇ ਆਪਣੇ ਪੱਲੇ ਬੰਨੀ ਹੈ ਜੀ। ਬਾਂਦੇ ਆਪਣੇ ਪੱਟ ਸੰਗਾਨੇ। ਇਸ ਪ੍ਰਕਾਰ ਆਪਣੇ ਕੱਪੜੇ ਦੇ ਨਾਲ ਰੋੜਾਂ ਦੀ ਮੁੱਠੀ ਬੰਨੀ ਹੈ। ਕਰਿਓ ਆਨੰਦ ਨਕੇਤ ਸੁਧਾਰਾ। ਤੇ ਬੜੀ ਖੁਸ਼ੀ ਖੁਸ਼ੀ ਦੇ ਨਾਲ ਭਾਈ ਮਰਦਾਨਾ ਜੀ ਆਪਣੇ ਘਰ ਚੱਲੇ ਨੇ। ਮਿਲਿਓ ਜਾਏ ਆਪਣੇ ਪਰਿਵਾਰਾ। ਤੇ ਜਾ ਕਰਕੇ ਭਾਈ ਮਰਦਾਨਾ ਜੀ ਜਦੋਂ ਆਪਣੇ ਪਰਿਵਾਰ ਨੂੰ ਮਿਲੇ ਨੇ। ਗੰਢ ਚੀਰ ਕੀ ਖੋਲੀ ਜਬਹੀ। ਇਸ ਪ੍ਰਕਾਰ ਜਦੋਂ ਪਰਿਵਾਰ ਨੇ ਪੁੱਛਿਆ ਹੈ ਕਿ ਇੰਨੇ ਸਾਲਾਂ ਬਾਅਦ ਘਰ ਆਏ ਹੋ ਪੁੱਤਰ ਜੀ, ਤੇ ਕੀ ਲੈ ਕੇ ਆਏ ਹੋ, ਕੀ ਖਟਿਆ ਹੈ? ਤੇ ਭਾਈ ਮਰਦਾਨੇ ਨੇ ਜਦੋਂ ਉਹ ਗੰਢ ਖੋਲੀ ਹੈ। ਕੰਚਨ ਸਰਬ ਬਲੋਕਿਓ ਤਬਹੀ। ਸੰਗਤ ਜੀ ਜਿਹੜੇ ਉਹ ਸਾਰੇ ਹੀ ਰੋੜ ਸਨ ਤੇ ਸਾਰੇ ਹੀ ਸੋਨੇ ਦਾ ਰੂਪ ਧਾਰਨ ਕਰ ਗਏ ਸਨ। ਇੱਕ ਮੁੱਠੀ ਸੋਨੇ ਦੀ ਲੈ ਕਰਕੇ ਭਾਈ ਮਰਦਾਨਾ ਜੀ ਘਰ ਅੰਦਰ ਪਹੁੰਚੇ ਨੇ। ਭਾਗ ਟੰਬ ਕੋ ਆਨੰਦ ਭਾਰੀ। ਤੇ ਪਰਿਵਾਰ ਦੇ ਅੰਦਰ ਬੜੀ ਖੁਸ਼ੀ, ਬੜਾ ਖੇੜਾ ਹੋਇਆ। ਸਤਿਗੁਰਾਂ ਦੀ ਗੁਰਬਾਣੀ ਦੇ ਪਵਿੱਤਰ ਬਚਨ ਨੇ ਕਿ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਨਾ, ਬੰਦਗੀ ਕਰਨ ਵਾਲੀਆਂ ਰੂਹਾਂ ਨੇ, ਉਹ ਰੋੜਿਆਂ ਤਾਈਂ ਹੱਥ ਲਾ ਦੇਣ ਤੇ ਸੋਨਾ ਬਣ ਜਾਂਦਾ। ਤੇ ਜਿਹੜੇ ਮਨਮੁਖ ਲੋਕ ਨੇ ਨਾ, ਗੁਰੂ ਤੋਂ ਦੂਰ ਨੇ, ਸੰਗਤ ਜੀ ਜੇਕਰ ਉਹ ਸੋਨੇ ਨੂੰ ਵੀ ਹੱਥ ਲਾ ਦੇਣ ਤੇ ਸੋਨਾ ਵੀ ਸਵਾਹ ਬਣ ਜਾਂਦਾ ਹੈ, ਮਿੱਟੀ ਬਣ ਜਾਂਦਾ ਹੈ। ਇਹਦਾ ਨਾਮ ਜਪਣ ਵਾਲਾ ਸੰਤ ਸਰੂਪ ਭਾਈ ਮਰਦਾਨਾ ਜੀ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੋਇਆ ਜਦੋਂ ਘਰ ਜਾ ਕੇ ਉਹ ਗੰਢ ਖੋਲੀ ਹੈ ਤੇ ਸੋਨਾ ਵੇਖ ਕਰਕੇ ਸਾਰਾ ਹੀ ਪਰਿਵਾਰ ਬੜਾ ਪ੍ਰਸੰਨ ਹੋਇਆ ਹੈ। ਸੁਣਤ ਭਾਈ ਗੁਰਮੈ ਨਰ ਨਾਰੀ। ਤੇ ਜਦੋਂ ਨਗਰ ਦੇ ਵਿੱਚ ਪਤਾ ਲੱਗਿਆ ਹੈ ਕਿ ਭਾਈ ਮਰਦਾਨਾ ਜੀ ਘਰ ਆਏ ਨੇ, ਸ੍ਰੀ ਨਾਨਕ ਸੰਗੀ ਮਰਦਾਨਾ। ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਗਏ ਸਨ ਉਹਨਾਂ ਦੇ ਸਾਥੀ ਮਰਦਾਨਾ ਜੀ ਫਿਰਤ ਬਹਿਰ ਬਹੁਕਾਲ ਬਿਤਾਨਾ। ਬੜਾ ਲੰਬਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਹਰ ਬਤੀਤ ਕਰਕੇ ਹੁਣ ਘਰ ਆਏ ਨੇ। ਅਬ ਆਵਾ ਆਪਣੇ ਘਰ ਬੀਚੂ। ਤੇ ਹੁਣ ਭਾਈ ਮਰਦਾਨਾ ਜੀ ਆਪਣੇ ਘਰ ਪਹੁੰਚੇ ਨੇ। ਐਉ ਸੁਨ ਆਏ ਕੂਚ ਅਰ ਨੀਚੂ। ਇਹਦਾ ਸੁਣ ਕਰਕੇ ਨਗਰ ਦੇ ਜਿਹੜੇ ਅਮੀਰ ਔਰ ਗਰੀਬ ਲੋਕ ਨੇ ਭਾਈ ਮਰਦਾਨੇ ਤਾਈਂ ਮਿਲਣ ਆਏ ਨੇ। ਭੀੜ ਭੂਰ ਤਹਿਕੇ ਕਰ ਹੋਈ। ਬੜੀ ਭਾਰੀ ਭੀੜ ਲੱਗੀ ਭਾਈ ਮਰਦਾਨੇ ਜੀਆਂ ਦੇ ਘਰ ਅੰਦਰ। ਮਿਲੇ ਕੁਸਲ ਪੁੱਜੇ ਸਭ ਕੋਈ। ਇਸ ਪ੍ਰਕਾਰ ਆ ਕਰਕੇ ਭਾਈ ਮਰਦਾਨੇ ਨੂੰ ਮਿਲਦੇ ਨੇ ਤੇ ਭਾਈ ਮਰਦਾਨਾ ਜੀ ਵੀ ਸਾਰਿਆਂ ਦੀ ਸੁਖ ਸਾਂਦ ਪੁੱਛਦਾ ਹੈ। ਕਰੇ ਪਾਪ ਪਰ ਨਰ ਬਖਿਆਨਾ। ਤੇ ਜਿਹੜੇ ਲੋਕ ਨੇ ਨਾ ਇੱਕ ਦੂਜੇ ਦੇ ਮੂੰਹਾਂ ਨਾਲ ਮੂੰਹ ਜੋੜ ਕੇ ਚੋਰੀ ਚੋਰੀ ਇਸ ਪ੍ਰਕਾਰ ਗੱਲਾਂ ਕਰਦੇ ਨੇ। ਸ੍ਰੀ ਨਾਨਕ ਸੰਗ ਥਾ ਮਰਦਾਨਾ। ਕਹਿੰਦੇ ਭਾਈ ਮਰਦਾਨਾ ਬੜਾ ਲੰਬਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਹਰ ਰਹਿ ਕੇ ਆਇਆ ਹੈ। ਜਾਂਦੇ ਸਭ ਸੁਭਾਏ ਪਾਇ ਕੋ। ਦੇਖੋ ਕਿੰਨਾ ਭਾਈ ਮਰਦਾਨੇ ਦਾ ਸੁਭਾਅ ਬਦਲਿਆ ਹੈ। ਨਹੀਂ ਤਾਂ ਮਰਾਸੀਆਂ ਵਾਲਾ ਸੁਭਾਅ ਸੀ ਤੇ ਟਿਚਰਾ ਕਰਦਾ ਰਹਿੰਦਾ ਸੀ, ਹਰ ਇੱਕ ਨੂੰ ਪੁੱਠਾ ਹੀ ਬੋਲਦਾ ਸੀ। ਦੇਖੋ ਕਿੰਨਾ ਸ਼ਾਂਤ ਸੁਭਾਅ ਹੋਇਆ ਹੈ। ਸਭ ਨਰ ਤੇ ਨਿਰਮਲ ਔਰ ਜਿਹ ਕੋ। ਸਾਰਿਆਂ ਹੀ ਮਨੁੱਖਾਂ ਦੇ ਨਾਲੋਂ ਚਿਹਰੇ ਦੇ ਉੱਪਰ ਨੂਰ ਜ਼ਿਆਦੇ ਆ ਤੇ ਸਾਰਿਆਂ ਹੀ ਮਨੁੱਖਾਂ ਦੇ ਨਾਲ ਨਿਰਮਲ ਸੁਭਾਅ ਹੈ। ਮਧੁਰ ਬਚਨ ਸਭ ਸੰਗ ਬਖਾਨਤ। ਤੇ ਕਿੰਨੀ ਮਿੱਠੀ ਬੋਲੀ ਭਾਈ ਮਰਦਾਨਾ ਜੀ ਬੋਲਣਾ ਸਿੱਖੇ ਨੇ। ਭਲੀ ਰੀਤ ਕਰ ਮੈਂ ਸਨਮਾਨਤ। ਇਸ ਪ੍ਰਕਾਰ ਭਲੀ ਰੀਤ ਕਰ ਮੈਂ ਸਨਮਾਨਤ। ਘਰ ਆਇਆਂ ਨੂੰ ਵੇਖੋ ਭਾਈ ਮਰਦਾਨਾ ਜੀ ਕਿੰਨਾ ਸਤਿਕਾਰ ਦਿੰਦੇ ਨੇ। ਏਕ ਮਹੂਰਤ ਸਦਨ ਬਿਤਾਇਆ। ਇਸ ਪ੍ਰਕਾਰ ਭਾਈ ਮਰਦਾਨੇ ਨੇ ਇੱਕ ਮਹੂਰਤ ਆਪਣੇ ਘਰ ਬਤੀਤ ਕੀਤਾ ਹੈ। ਮਿਲ ਪਰਿਵਾਰ ਦੇ ਹਰ ਖਾਇਆ। ਇਸ ਪ੍ਰਕਾਰ ਪਰਿਵਾਰ ਨੂੰ ਮਿਲ ਕਰਕੇ ਭਾਈ ਮਰਦਾਨਾ ਜੀ ਬੜਾ ਖੁਸ਼ ਹੋਏ ਨੇ। ਆਪਰ ਜੇ ਲੋਕ ਮਿਲਨ ਤਿਸ ਆਏ। ਜਿੰਨੇ ਵੀ ਨਗਰ ਦੇ ਲੋਕ ਸੰਗਤ ਜੀ ਭਾਈ ਮਰਦਾਨੇ ਤਾਈਂ ਮਿਲਣ ਆਏ ਨੇ। ਮਿਲਿਓ ਭਾਉ ਤਰ ਸਰਬ ਸੁਖ ਪਾਏ। ਸਾਰਿਆਂ ਨੂੰ
ਭਾਈ ਮਰਦਾਨਾ ਜੀ ਬੜੇ ਪ੍ਰੇਮ ਦੇ ਨਾਲ ਮਿੱਠੀ ਬੋਲੀ ਬੋਲ ਕੇ ਮਿਲੇ ਨੇ ਤੇ ਸਾਰਿਆਂ ਨੇ ਹੀ ਸੁਖ ਪਾਏ ਨੇ। ਦੋਹਰਾ ਬਾਰਨ ਸੇਤ ਹੰਸ ਬਾਹਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਹੈ, ਐਸੀ ਗੁਰੂ ਨਾਨਕ ਦੀ ਗੁਰਬਾਣੀ ਹੈ ਜਿਹੜੀ ਤਪਦਿਆਂ ਹਿਰਦਿਆਂ ਨੂੰ ਠਾਰ ਕਰਕੇ ਸ਼ਾਂਤ ਕਰ ਦਿੰਦੀ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਵੱਡਿਆਂ ਕਰਮਾਂ ਦੇ ਨਾਲ ਮਨ ਨੂੰ ਪ੍ਰਾਪਤੀ ਹੁੰਦੀ ਹੈ ਸੰਗਤ ਜੀ। ਐਸੀ ਜਿਹੜੀ ਗੁਰਬਾਣੀ ਹੈ ਜੋ ਜਗ ਬਾਣੀ ਰੂਪ। ਇਸ ਪ੍ਰਕਾਰ ਜਗ ਦੇ ਅੰਦਰ ਰੋਸ਼ਨੀ ਵਰਗੀ ਰੋਸ਼ਨੀ ਦਾ ਕੰਮ ਕਰਦੀ ਹੈ ਗੁਰਬਾਣੀ। ਜਿਹੜੇ ਲੋਕ ਭੁੱਲੇ ਭਟਕੇ ਨੇ, ਪਖੰਡ ਦੇ ਹਨੇਰੇ ਅੰਦਰ ਗੁਲਾਚੇ ਫਿਰਦੇ ਨੇ, ਤੇ ਗੁਰਬਾਣੀ ਰੋਸ਼ਨੀ ਵਰਗੀ ਇੱਕ ਲਾਈਟ ਵਰਗੀ ਹੈ, ਉਹਨਾਂ ਨੂੰ ਪਰਮਾਰਥ ਦਾ ਸਿੱਧਾ ਰਸਤਾ ਵਿਖਾਉਂਦੀ ਹੈ। ਦੇਹ ਪਦ ਬੰਧਨ ਕਰ ਭਲੇ। ਐਸੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਉੱਪਰ ਮੇਰੀ ਨਮਸਕਾਰ ਹੈ। ਵਰਨੋ ਕਥਾ ਅਨੂਪ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਜਿਹੜੀ ਉਪਮਾ ਤੋਂ ਰਹਿਤ ਸੁੰਦਰ ਕਥਾ ਅੱਗੇ ਸੁਣਾਉਂਦੇ ਹਾਂ। ਸ੍ਰੀ ਬਾਲਾ ਸੰਦਰਵਾਚ। ਸੰਧੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅੱਗੇ ਇਤਿਹਾਸ ਦੱਸਦੇ ਨੇ। ਚੌਪਈ ਦਵੈ ਘਟਕਾ ਬੀਤੇ ਤਕਾਲੂ। ਇਸ ਪ੍ਰਕਾਰ ਜਦੋਂ ਦੋ ਘੜੀਆਂ ਭਾਈ ਮਰਦਾਨੇ ਜੀ ਨੂੰ ਆਪਣੇ ਘਰ ਅੰਦਰ ਬਤੀਤ ਹੋਈਆਂ ਨੇ। ਚਲਿਓ ਜਹਾਂ ਥੋ ਆਲੇ ਕਾਲੂ। ਤੇ ਭਾਈ ਮਰਦਾਨੇ ਦੇ ਮਨ ਅੰਦਰ ਖਿਆਲ ਆਇਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪ ਦਾ ਘਰ ਮਿਲਣ ਆਉਣਾ ਨੇ, ਕਿਉਂ ਨਾ ਮੈਂ ਹੀ ਉਹਨਾਂ ਦੇ ਘਰ ਵੱਲ ਚੱਕਰ ਮਾਰ ਕੇ ਵੇਖ ਆਵਾਂ ਵੀ ਸੁਖ ਸ਼ਾਂਤ ਸਾਰਾ ਰਾਜੀ ਖੁਸ਼ੀ ਹੈ। ਇਸ ਪ੍ਰਕਾਰ ਭਾਈ ਮਰਦਾਨਾ ਜੀ ਬਾਬੇ ਕਲਿਆਣ ਚੰਦ ਦੇ ਘਰ ਵੱਲ ਚੱਲੇ ਨੇ। ਆਗੇ ਸ੍ਰੀ ਨਾਨਕ ਕੀ ਮਾਤਾ। ਤੇ ਇਸ ਪ੍ਰਕਾਰ ਜਦੋਂ ਘਰ ਵੱਲ ਗਏ ਨੇ ਨਾ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਮਾਤਾ ਤ੍ਰਿਪਤਾ ਜੀ ਮਿਲੇ ਨੇ। ਤ੍ਰਿਪਤਾ ਨਾਮ ਜੋ ਥੀ ਬਖਿਆਤਾ। ਕਵੀ ਜੀ ਕਹਿੰਦੇ ਜੋ ਮਾਤਾ ਤ੍ਰਿਪਤਾ ਜੀਆਂ ਦਾ ਨਾਮ ਸੰਸਾਰ ਵਿੱਚ ਪ੍ਰਗਟ ਹੈ। ਜਬ ਆਪ ਦੇਖਿਓ ਮਰਦਾਨਾ। ਇਸ ਪ੍ਰਕਾਰ ਜਦੋਂ ਮਾਤਾ ਜੀਆਂ ਨੇ ਭਾਈ ਮਰਦਾਨੇ ਨੂੰ ਘਰ ਵੱਲ ਆਉਂਦਿਆਂ ਵੇਖਿਆ ਹੈ। ਗਾਸੋ ਲਾ ਬਿਰਾਗ ਗੋਠਾਨਾ। ਤੇ ਛੇਤੀ ਦੇ ਨਾਲ ਜਾ ਕਰਕੇ ਭਾਈ ਮਰਦਾਨੇ ਨੂੰ ਜੱਫੀ ਪਾ ਲਈ। ਮਾਤਾ ਜੀਆਂ ਨੇ ਗਲ ਦੇ ਨਾਲ ਲਾ ਕੇ ਬਹੁਤਾ ਪ੍ਰੇਮ ਕੀਤਾ ਹੈ। ਪਾਇਓ ਮੋਹ ਸਰਦਾ ਸੋ ਪ੍ਰਵਾਹ। ਇਹਦਾ ਜਾਣੋ ਜਿਹੜੀ ਮੋਹ ਰੂਪੀ ਨਦੀ ਹੈ ਉਹਦਾ ਪ੍ਰਵਾਹ ਬੜਾ ਤੇਜ਼ ਹੋਇਆ ਹੈ। ਧੀਰਜ ਸਿਕਤਾ ਸੇਤੋ ਸੇਤ ਨਸਾਹਾ। ਇਸ ਪ੍ਰਕਾਰ ਜਿਹੜਾ ਧੀਰਜ ਰੂਪੀ ਰੇਤੇ ਦਾ ਪੁਲ ਹੈ ਸਾਰਾ ਹੀ ਢਹਿ ਚੁੱਕਾ ਹੈ। ਬਾਗ ਜੋ ਤਿੰਨ ਸਭ ਦੀਏ ਰੁੜਾਈ। ਤੇ ਜਿਹੜੇ ਕੱਖਾਂ ਵਰਗੇ ਬਚਨ ਹਨ ਨੇ ਉਹ ਸਾਰੇ ਹੀ ਰੁੜ ਗਏ ਨੇ। ਕਹੇ ਬਹੁਤ ਨੇ ਧੀਰ ਧਰਾਈ। ਤੇ ਭਾਈ ਮਰਦਾਨਾ ਜੀਆਂ ਨੇ ਬੋਲ ਬੋਲ ਕੇ ਬੜਾ ਹੌਸਲਾ ਦਿੱਤਾ ਹੈ। ਸ੍ਰੀ ਨਾਨਕ ਕੋ ਭਾ ਅਨੁਰਾਗਾ। ਤੇ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਪਰਮਾਤਾ ਜੀਆਂ ਦਾ ਪ੍ਰੇਮ ਹੀ ਇੰਨਾ ਹੈ। ਕੀਨੋ ਜਨਨੀ ਬਹੁ ਬੈਰਾਗਾ। ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀਆਂ ਨੇ ਬੜਾ ਬੈਰਾਗ ਕੀਤਾ ਹੈ। ਕਿਤਕ ਦੇਰ ਮਹਿ ਧੀਰਜ ਧਰਕੈ। ਤੇ ਕੁਝ ਕੁ ਸਮੇਂ ਬਾਅਦ ਧੀਰਜ ਨੂੰ ਧਾਰਨ ਕਰਕੇ ਮਾਤਾ ਜੀਆਂ ਨੇ ਜੱਫੀ ਛੱਡੀ ਹੈ। ਪੂਜੇ ਲੱਗੀ ਸੋ ਬਚਨ ਉਚਰਕੈ। ਤੇ ਮਾਤਾ ਤ੍ਰਿਪਤਾ ਜੀ ਭਾਈ ਮਰਦਾਨੇ ਤਾਈਂ ਬੋਲਣ ਲੱਗੇ ਨੇ। ਸਤ ਨਾਨਕ ਕੀ ਖਬਰ ਸੁਣਾਵੋ। ਇਹ ਭਾਈ ਮਰਦਾਨਾ ਜੀ ਮੇਰੇ ਪੁੱਤਰ ਦੀ ਖਬਰ ਦੇਵੋ। ਤਜਿਓ ਥਾਨ ਕਹਿ ਮੋਹਿ ਬਤਾਵੋ। ਇਸ ਪ੍ਰਕਾਰ ਕਿਹੜੇ ਅਸਥਾਨ ਦੇ ਉੱਪਰ ਮੇਰਾ ਪੁੱਤਰ ਵਿਰਾਜਦਾ ਹੈ ਸਾਰਾ ਕੁਝ ਦੱਸੋ ਜੀ। ਜਬ ਕੇ ਨਿਕਸੇ ਤੁਮ ਕਰ ਅੰਕਰ ਮਾਹੀ। ਜਦੋਂ ਦੇ ਤੁਸੀਂ ਨਗਰ ਤੋਂ ਦੋਵੇਂ ਤਿੰਨੇ ਜਾਣੇ ਬਾਹਰ ਗਏ ਹੋ। ਤਬ ਕੀ ਸੋਧ ਆਈ ਕਬ ਨਾਹੀ। ਉਦੋਂ ਦੀ ਮੇਰੇ ਪੁੱਤਰ ਦੀ ਕੋਈ ਵੀ ਖਬਰ ਮੈਨੂੰ ਪ੍ਰਾਪਤ ਨਹੀਂ ਹੋਈ। ਮਮਸਤ ਸਭ ਤਜਕੈ ਕਰ ਬਾਰਾ। ਇਸ ਪ੍ਰਕਾਰ ਜਿਹੜਾ ਸਾਰਾ ਘਰ-ਬਾਰ ਮੇਰਾ ਪੁੱਤਰ ਛੱਡ ਕਰਕੇ ਬਾਪ ਕੀਰ ਕਿਆ ਹਿਰਦੈ ਵਿਚਾਰਾ। ਕੀ
ਬਣਿਆ ਹੈ। ਨਿਸ ਦਿਨ ਕਰਤੇ ਰੁਦਨ ਤੇ ਬਿਤਾਉ। ਆਪਣੇ ਪੁੱਤਰ ਦੀ ਯਾਦ ਵਿੱਚ ਭਾਈ ਮਰਦਾਨਾ ਜੀ ਮੈਂ ਦਿਨ ਰਾਤ ਰੋ ਕੇ ਬਤੀਤ ਕਰਦੀ ਹਾਂ। ਕਰਪੁਰ ਯਾਦ ਬੈਠ ਤੇ ਪਛਤਾਉ। ਆਪਣੇ ਪੁੱਤਰ ਨੂੰ ਬੈਠ ਕੇ ਯਾਦ ਕਰਦੀ ਹਾਂ ਤੇ ਬੜਾ ਮੱਥੇ ਤੇ ਹੱਥ ਮਾਰ ਮਾਰ ਪਛਤਾਉਂਦੀ ਹਾਂ। ਵਿਦਨੇ ਇੱਕ ਸੁਤ ਦੀਨੋ ਮੋਹੀ। ਇੱਕੋ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਪੁੱਤਰ ਬਖਸ਼ਿਆ ਸੀ। ਨਹਿ ਸਮੀਪ ਕਬ ਰਾਖਿਓ ਉਹੀ। ਉਹ ਵੀ ਮੇਰੇ ਕੋਲ ਨਹੀਂ ਰਿਹਾ, ਉਹ ਵੀ ਮੇਰੇ ਨੇੜ ਨਹੀਂ ਰਹਿੰਦਾ। ਦੋਹਰਾ ਕਾਲੂ ਕੇ ਤਬ ਅਜਰ ਮਹਿ। ਇਸ ਪ੍ਰਕਾਰ ਭਾਈ ਮਰਦਾਨਾ ਜੀ ਕਹਿੰਦੇ ਮਾਤਾ ਦੇ ਉੱਚੀ ਉੱਚੀ ਰੋਣ ਸੁਣ ਕਰਕੇ ਬਾਬੇ ਕਾਲੂ ਦੇ ਵਿਹੜੇ ਵਿੱਚ ਪਹੁੰਚ ਭਏ ਨਰ ਆਏ। ਤੇ ਆਂਢੀਆਂ ਗਵਾਂਢੀਆਂ ਦਾ ਇਕੱਠ ਹੋਣਾ ਸ਼ੁਰੂ ਹੋਇਆ ਹੈ। ਸੁਣ ਕਰ ਮਾਤਾ ਕੇ ਬਚਨ। ਤੇ ਸੁਣ ਕਰਕੇ ਮਾਤਾ ਜੀਆਂ ਦੇ ਬੋਲ ਮਰਦਾਨਾ ਤਬ ਤੇ ਗਾਏ। ਭਾਈ ਮਰਦਾਨਾ ਜੀਆਂ ਨੇ ਕਹਿਣਾ ਕੀਤਾ ਹੈ। ਚੌਪਈ ਜਬ ਸੁਲਤਾਨ ਪੁਰੇ ਹਮ ਆਹੇ। ਕਹਿਣ ਲੱਗੇ ਮਾਤਾ ਜੀ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਸੀ ਨਾ ਉਦੋਂ ਤਾਂ ਅਸੀਂ ਇਕੱਠੇ ਸੀ। ਤਬ ਸ੍ਰੀ ਨਾਨਕ ਕੇ ਸੰਗ ਰਹੇ। ਉਦੋਂ ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਨਾਲ ਸਾਂ। ਪੌਣ ਸੁਧ ਨਹੀਂ ਤਹਿ ਤੇ ਪਛਾਤੀ। ਇਸ ਪ੍ਰਕਾਰ ਜਦੋਂ ਸੁਲਤਾਨਪੁਰ ਲੋਧੀ ਤੋਂ ਅਸੀਂ ਚਲੇ ਗਏ ਉਦੋਂ ਬਾਅਦ ਆਪ ਜੀਆਂ ਦੇ ਪੁੱਤਰ ਦੀ ਕੋਈ ਵੀ ਖਬਰ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਕਹਿ ਕੇ ਘੱਲਿਆ ਸੀ ਕਿ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਮਿਲੇ ਭਾਈ ਮਰਦਾਨਾ ਜੀ ਸਾਡੇ ਬਾਰੇ ਖਬਰ ਨਹੀਂ ਦਿੰਦੇ। ਪਾਤਸ਼ਾਹ ਦੇ ਬਚਨ ਕਮਾਉਂਦਾ ਹੋਇਆ ਭਾਈ ਮਰਦਾਨਾ ਝੂਠ ਬੋਲਦਾ ਹੈ ਕਿ ਮਾਤਾ ਜੀ ਆਪ ਜੀਆਂ ਦੇ ਪੁੱਤਰ ਬਾਰੇ ਕੋਈ ਖਬਰ ਨਹੀਂ। ਕਿਤ ਕੋ ਗਇਓ ਨਾ ਜਾਣਿਓ ਜਾਤੀ। ਆਪ ਜੀਆਂ ਦਾ ਪੁੱਤਰ ਕਿੱਥੇ ਚਲਾ ਗਿਆ ਹੈ ਮੈਨੂੰ ਸੱਚਮੁੱਚ ਪਤਾ ਨਹੀਂ। ਸੁਨ ਮਾਤਾ ਔਰ ਬਹੁ ਅਕੁਲਾਈ। ਮਾਤਾ ਸੁਣ ਕਰਕੇ ਭਾਈ ਮਰਦਾਨੇ ਦੇ ਬਚਨ ਬੜਾ ਦੁਖੀ ਹੋਈ ਹੈ। ਜਾਨ ਬ੍ਰਿਣ ਪਾਕੇ ਪਾਪ ਕਲਾਈ। ਇਹਦਾ ਜਾਣੋ ਕਿ ਸਰੀਰ ਉੱਪਰ ਕੋਈ ਜ਼ਖਮ ਹੋਵੇ ਤੇ ਜ਼ਖਮ ਨੂੰ ਕੋਈ ਅੱਗ ਲਾ ਦੇਵੇ। ਬੋਲ ਨ ਆਪ ਬਿਕਲ ਤਨ ਹੋਈ। ਤੇ ਮਾਤਾ ਤ੍ਰਿਪਤਾ ਜੀ ਦੁੱਖ ਦੇ ਸਹਿਤ ਬੇਹੋਸ਼ ਹੋਏ ਨੇ, ਕੁਝ ਬੋਲਦੇ ਨਹੀਂ। ਜਨ ਸਤ ਬ੍ਰਿਹੋ ਮੈਂ ਪਰ ਕੈ ਸੋਈ। ਇਸ ਪ੍ਰਕਾਰ ਜਨ ਸੁਤ ਬ੍ਰਿਹੋ ਪਾਏ ਪਰ ਕੈ ਸੋਈ। ਇਸ ਪ੍ਰਕਾਰ ਪੁੱਤਰ ਦਾ ਵਿਛੋੜਾ ਝੱਲ ਨਹੀਂ ਹੋਇਆ ਤੇ ਮਾਤਾ ਤ੍ਰਿਪਤਾ ਜੀ ਬੇਹੋਸ਼ੀ ਹਾਲਤ ਵਿੱਚ ਆਏ ਨੇ। ਇੱਕ ਤੋਂ ਬ੍ਰੈਦ ਹੀਨ ਬਲ ਦੇਹੀ। ਭਾਈ ਮਰਦਾਨਾ ਜੀ ਕਹਿੰਦੇ ਇੱਕ ਤਾਂ ਹੁਣ ਮਾਤਾ ਜੀਆਂ ਦਾ ਸਰੀਰ ਬੁੱਢਾ ਹੋ ਚੁੱਕਾ ਸੀ ਤੇ ਜਿਹੜਾ ਦੇਹੀ ਹੈ ਉਹ ਬਲ ਤੋਂ ਰਹਿਤ ਸੀ। ਪੌਨ ਨਾ ਪਾਏ ਸੁਰ ਤਾਪ ਸਨੇਹੀ। ਤੇ ਫਿਰ ਪੁੱਤਰ ਦੀ ਜਦੋਂ ਖਬਰ ਪ੍ਰਾਪਤ ਨਾ ਹੋਈ ਜਾਣਤ ਬੁੱਧੀ ਸੰਗ ਮਰਦਾਨਾ। ਇਸ ਪ੍ਰਕਾਰ ਪਰ ਇਹ ਤਾਂ ਮਾਤਾ ਜੀ ਜਾਣਦੇ ਸਨ ਕਿ ਮਰਦਾਨਾ ਨਾਲ ਰਿਹਾ ਹੈ। ਤਿਨ ਅਸ ਦੁਖ ਦਾ ਬਚਨ ਬਖਾਨਾ। ਤੇ ਫਿਰ ਇੰਨੇ ਦੁੱਖ ਵਾਲੇ ਬਚਨ ਮੈਨੂੰ ਕਿਉਂ ਕਹੇ ਨੇ। ਜਿਉ ਸੋਖ ਤੰਗ ਮਰਮ ਦੇ ਭੇਦਾ। ਜਿਵੇਂ ਕਿਸੇ ਵੱਲੋਂ ਛੱਡਿਆ ਪੈਰੀ ਵੱਲੋਂ ਛੱਡਿਆ ਤੀਰ ਕੋਮਲ ਜਿਹੜਾ ਸਰੀਰ ਹੈ ਚੀਰ ਕੇ ਪਾਰ ਹੁੰਦਾ ਹੈ। ਬਰੀ ਵਿਵਾਰਨ ਹੋਏ ਅਤਖੇਦਾ। ਇਸ ਪ੍ਰਕਾਰ ਮਾਤਾ ਜੀ ਦੁੱਖ ਦੇ ਸਹਿਤ ਬੜਾ ਦੁਖੀ ਹੋਏ ਨੇ। ਕਿਤਕ ਬਾਰ ਮਹਿ ਪੌਨ ਸੁਤ ਆਈ। ਤੇ ਕੁਝ ਕੁ ਸਮੇਂ ਬਾਅਦ ਜਦੋਂ ਮਾਤਾ ਜੀਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚੋਂ ਸੁਰਤ ਆਈ ਹੈ ਲੋਚਨ ਤੇ ਆਸਨ ਜਲ ਜਾਈ। ਤੇ ਭਾਈ ਮਰਦਾਨਾ ਜੀਆਂ ਨੂੰ ਕੋਲ ਬੈਠਿਆਂ ਵੇਖ ਕਰਕੇ ਕਿਤੇ ਪੁੱਤਰ ਨਜ਼ਰ ਨਹੀਂ ਆਉਂਦਾ, ਅੱਖਾਂ ਵਿੱਚੋਂ ਜਲ ਆਇਆ ਹੈ। ਚੰਦਰ ਕੱਟੀ ਬੈਠਿਓ ਮਰਦਾਨਾ। 4 ਘੜੀਆਂ ਭਾਈ ਮਰਦਾਨਾ ਜੀ ਮਾਤਾ ਜੀਆਂ ਦੇ ਕੋਲ ਬੈਠੇ ਰਹੇ ਨੇ। ਕੌਣ ਉੱਠ ਚਲਿਓ ਪ੍ਰਭੂ ਜਹ ਖਾਨਾ। ਤੇ ਫਿਰ ਭਾਈ ਮਰਦਾਨਾ ਜੀ ਆਗਿਆ ਲੈ ਕਰਕੇ ਮਾਤਾ ਜੀ ਕੋਲੋਂ ਵਾਪਸ ਚੱਲੇ ਨੇ ਭਾਈ ਬਾਲਾ ਜੀਆਂ ਦੇ ਪਿਤਾ ਦੇ ਖੂਹ ਤੇ ਜਿੱਥੇ ਮਹਾਰਾਜ ਬੈਠੇ ਨੇ। ਤਬ ਤ੍ਰਿਪਤਾ ਔਰ ਧੀਰਜ ਧਰਕੈ। ਫਿਰ ਮਾਤਾ ਤ੍ਰਿਪਤਾ ਜੀਆਂ ਨੇ ਧੀਰਜ ਧਾਰਿਆ ਹੈ। ਐਸ ਬਿਲੋਕ ਔਰ ਰਹੀ
ਵਿਚਰ ਤੇ ਕੈ ਭਾਈ ਮਰਦਾਨੇ ਨੂੰ ਨਗਰ ਤੋਂ ਬਾਹਰ ਜਾਂਦਿਆਂ ਵੇਖਿਆ ਹੈ ਤੇ ਮਨ ਵਿੱਚ ਵਿਚਾਰਿਆ ਹੈ। ਵਹਿ ਚਲਿਓ ਉਠ ਤੂਰਨ ਜਿਹਵਾ ਤੇ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਤੋਂ ਛੇਤੀ ਵਾਪਸ ਕਿਉਂ ਮੁੜੇ ਨੇ? ਹੋਏ ਆਤਮਜ ਮੇਰੋ ਤਹਿਬਾ ਮੇਰਾ ਪੁੱਤਰ ਜ਼ਰੂਰ ਨਗਰ ਤੋਂ ਬਾਹਰ ਬੈਠਾ ਹੋਵੇਗਾ। ਬਹੁਤ ਦਿਨ ਬਿਤੇ ਆਇਓ ਕਰਮਾਹੀ ਬੜਿਆਂ ਦਿਨਾਂ ਦੇ ਬਾਅਦ ਭਾਈ ਮਰਦਾਨਾ ਘਰ ਆਇਆ ਸੀ। ਬਾਸੁਰ ਰਹਿਓ ਏਕ ਪੀ ਨਾਹੀ ਤੇ ਇੱਕ ਦਿਨ ਵੀ ਘਰ ਨਹੀਂ ਠਹਿਰਿਆ। ਇਹ ਗੱਲ ਕੀ ਹੈ ਜਾਣੀ ਨਹੀਂ ਜਾਂਦੀ। ਦੋਹਰਾ ਇਸ ਬਿਦ ਜਨਨੀ ਮਨ ਗੁਣਤ ਇਹਨਾਂ ਮਾਤਾ ਤ੍ਰਿਪਤਾ ਜੀ ਮਨ ਅੰਦਰ ਵਿਚਾਰਾਂ ਕਰਦੀ ਹੈ। ਮਧੁਰ ਅਸਨ ਲੈ ਓਲ ਤੇ ਛੇਤੀ ਜਿਹੜੇ ਘਰ ਦੇ ਵਿੱਚ ਸਵਾਦਲੇ ਭੋਜਨ ਪੱਕੇ ਸਨ ਉਹ ਸਾਰੇ ਭੋਜਨ ਇਕੱਠੇ ਕਰਕੇ ਭਾਂਡੇ ਵਿੱਚ ਪਾਏ ਨੇ। ਤੂਰਨ ਗਮਨੀ ਧਾਏ ਕਰ ਇਸ ਪ੍ਰਕਾਰ ਜਿਸ ਰਸਤੇ ਭਾਈ ਮਰਦਾਨਾ ਜੀ ਗਏ ਸਨ ਪਿੱਛੇ ਚੱਲੀ ਹੈ। ਨੀਨੇ ਰੁਚਰਨ ਚੋਲ ਤੇ ਛੇਤੀ ਗਠੜੀ ਦੇ ਵਿੱਚ ਬੜੇ ਸੁੰਦਰ ਵਸਤਰ ਬੰਨੇ ਨੇ ਗੁਰੂ ਨਾਨਕ ਦੇਵ ਜੀਆਂ ਦੇ। ਉਹ ਸੁੰਦਰ ਵਸਤਰ ਕੱਪੜੇ ਵੀ ਲੈ ਕੇ ਚੱਲੀ ਹੈ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ ਤੇ ਜਿਸ ਰਸਤੇ ਭਾਈ ਮਰਦਾਨਾ ਜੀ ਜਾਂਦੇ ਸਨ ਪਿੱਛੇ ਮਾਤਾ ਜੀ ਚੱਲੇ ਨੇ। ਆਤਰ ਹਵੈ ਕਰ ਬਚਨ ਬਖਾਨਾ ਤੇ ਭਾਈ ਮਰਦਾਨਾ ਜੀਆਂ ਨੇ ਪਿੱਛੇ ਮਾਤਾ ਜੀਆਂ ਨੂੰ ਆਉਂਦਿਆਂ ਵੇਖ ਕਰਕੇ ਰੁਕੇ ਨੇ। ਮਾਤਾ ਜੀ ਕੋਲ ਪਹੁੰਚ ਕੇ ਬਚਨ ਕਹਿੰਦੇ ਨੇ। ਸੁਤ ਨਾਨਕ ਸੋ ਮਿਲ ਹਮੁਕੋ ਭਾਈ ਮਰਦਾਨਾ ਜੀ ਆਪ ਜੀ ਦਾ ਕੁਝ ਤਰਸ ਕਰੋ। ਮੇਰੇ ਪੁੱਤਰ ਦੇ ਨਾਲ ਮੈਨੂੰ ਮੇਲ ਦੇਵੋ। ਸਤ ਮਰਦਾਨੇ ਹੈ ਤੋਏ ਕੋਤੋ ਕੋ ਭਾਈ ਮਰਦਾਨਾ ਜੀ ਮੈਂ ਜਾਣਦੀ ਹਾਂ ਤੁਹਾਨੂੰ ਮੇਰੇ ਪੁੱਤਰ ਦੀ ਸਾਰੀ ਖਬਰ ਹੈ। ਬਹੁਤ ਬਰਖ ਪੈ ਦੇਖਿਓ ਨਹੀਂ ਦੇਖੋ ਇੱਕ ਮਾਂ ਤਾਂ ਆਪਣੇ ਪੁੱਤਰ ਦਾ ਪਲਦਾ ਵਿਛੋੜਾ ਨਹੀਂ ਝੱਲਦੀ ਪਰ ਭਾਈ ਮਰਦਾਨਾ ਜੀ ਮੈਨੂੰ ਤਾਂ ਕਿੰਨੇ ਸਾਲ ਹੋ ਚੁੱਕੇ ਨੇ। ਮੁਖ ਬੜਿਓ ਅਤਸੈ ਮਨ ਮਾਹੀ ਤੇ ਮੇਰੇ ਮਨ ਦੇ ਅੰਦਰ ਆਪਣੇ ਪੁੱਤਰ ਪ੍ਰਤੀ ਕਿੰਨਾ ਪਿਆਰ ਹੈ। ਕੋਈ ਨਦੀ ਕੋਈ ਸਮੁੰਦਰ ਵੀ ਮਿਲ ਨਹੀਂ ਸਕਦਾ। ਸੁਨ ਮਰਦਾਨੇ ਤੂਸਨ ਕੀਨੰ ਤੇ ਇਸ ਪ੍ਰਕਾਰ ਬੜੀ ਭਾਵਨਾ ਵਾਲੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਹੁਣ ਚੁੱਪ ਹੋਏ ਨੇ। ਗੌਰ ਪੈ ਲਖਿਓ ਨਾ ਉਤਰ ਦੀਨੰ ਇਸ ਪ੍ਰਕਾਰ ਜਿਹੜਾ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਮੇਰੇ ਪਰਿਵਾਰ ਦੇ ਮੈਂਬਰ ਨੂੰ ਮੇਰੀ ਖਬਰ ਨਹੀਂ ਦੇਣੀ ਹੁਣ ਭਾਈ ਮਰਦਾਨੇ ਤੋਂ ਰਿਹਾ ਨਹੀਂ ਜਾਂਦਾ। ਇਸ ਪ੍ਰਕਾਰ ਕੋਈ ਵੀ ਮਾਤਾ ਜੀ ਗੱਲ ਦਾ ਉੱਤਰ ਨਹੀਂ ਦਿੱਤਾ। ਨੀਵੀਂ ਪਾਈ ਹੈ। ਜਨਨੀ ਜਾਨ ਗਈ ਤਹਿ ਬਾਤਾ ਤੇ ਮਾਤਾ ਤ੍ਰਿਪਤਾ ਜੀ ਜਾਣ ਗਏ ਕਿ ਪੱਕਾ ਭਾਈ ਮਰਦਾਨਾ ਜੀ ਕੁਝ ਛੁਪਾ ਰਹੇ ਨੇ ਲੁਕੋ ਰਹੇ ਨੇ। ਇਹਨਾਂ ਨੂੰ ਸਾਰਾ ਪਤਾ ਹੈ। ਚਲੀ ਤਬ ਹੈ ਤਹਿ ਕੇ ਪਛਾਤਾ ਤੇ ਜਿੱਧਰ ਨੂੰ ਭਾਈ ਮਰਦਾਨਾ ਜੀ ਨੀਵੀਂ ਪਾ ਕੇ ਤੁਰ ਪਏ ਨੇ ਤੇ ਮਾਤਾ ਜੀ ਵੀ ਪਿੱਛੇ ਚੱਲੇ ਨੇ। ਜਹ ਬੈਠੇ ਬੇਦੀ ਕੁਲਦੀਪਾ ਜਿੱਥੇ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਜੀ ਸਮਾਧੀ ਅੰਦਰ ਬਰਾਜੇ ਸਨ। ਪਹੁੰਚਤ ਭੇਦ ਹੈ ਕੂਪ ਸਮੀਪਾ ਤੇ ਜਦੋਂ ਭਾਈ ਮਰਦਾਨਾ ਜੀ ਉਸ ਖੂਹ ਦੇ ਕੋਲ ਤੇ ਮਾਤਾ ਤ੍ਰਿਪਤਾ ਜੀ ਉਹ ਖੇਤਾਂ ਦੇ ਕੋਲ ਪਹੁੰਚੇ ਨੇ। ਦੋਹਰਾ ਮਾਤ ਬਿਲੋਕੀ ਦੂਰ ਤੇ ਜਦੋਂ ਦੂਰ ਖੇਤਾਂ ਵਿੱਚ ਆਉਂਦੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮਾਤਾ ਜੀ ਵੇਖੇ ਨੇ। ਦੂਰਨ ਔਰ ਸੁਖਦਾਏ ਤੇ ਗੁਰੂ ਨਾਨਕ ਪਾਤਸ਼ਾਹ ਛੇਤੀ ਦੇ ਨਾਲ ਸਤਿਕਾਰ ਵਜੋਂ ਉੱਠੇ ਨੇ। ਚਰਨ ਬੰਦਨਾ ਸੀਸ ਧਰ ਤੇ ਜਾ ਕਰਕੇ ਆਪਣੇ ਮਾਤਾ ਦੇ ਚਰਨ ਪਕੜ ਕਰਕੇ ਨਮਸਕਾਰ ਕੀਤੀ ਹੈ। ਕਿੰਨੀ ਆਗੇ ਆਏ ਇਸ ਪ੍ਰਕਾਰ ਅੱਗੇ ਜਾ ਕਰਕੇ ਸਤਿਕਾਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ। ਚੌਪਈ ਕੌਰੀ ਭਰ ਨਾਨਕ ਕੋ ਜਨਨੀ ਮਾਤਾ ਤ੍ਰਿਪਤਾ ਜੀਆਂ ਨੇ ਸੰਗਤ ਜੀ ਘੁੱਟ ਕੇ ਜੱਫੀ ਵਿੱਚ ਆਪਣੇ ਪੁੱਤਰ ਨੂੰ ਭਰਿਆ ਹੈ। ਰੋਦਨ ਕਾਪਤ ਨ ਜਾਏ ਗਣਨੀ ਇਸ ਪ੍ਰਕਾਰ ਕੁਝ ਬੋਲਦੀ ਨਹੀਂ ਬਸ ਉੱਚੀ ਰੋਂਦੀ ਹੈ। ਚਲਿਓ ਬਿਲੋਚਨ ਤੇ ਬਹੁ ਨੀਰੰ ਤੇ ਅੱਖਾਂ ਦੇ ਵਿੱਚੋਂ ਜਿਵੇਂ ਝਾਲੇ ਵਗਦੇ ਨੇ ਏਦਾਂ ਜਲ ਚੱਲਿਆ ਹੈ। ਸੋਤ ਬਿਰਹਾਨਲ ਜਨ ਕਰ ਸੀਰੰ ਇਸ ਪ੍ਰਕਾਰ ਜਿਹੜੀ
ਪੁੱਤਰ ਦੀ ਖਬਰ ਮਿਲਣ ਦੇ ਨਾਲ ਛਾਤੀ ਦੇ ਨਾਲ ਲਾ ਕੇ ਪੁੱਤਰ ਨੂੰ ਮਾਤਾ ਜੀਆਂ ਨੇ ਆਪਣਾ ਸੀਨਾ ਖਾਰਿਆ ਹੈ। ਅਸ਼ਰਪਾਤ ਸੋ ਬਸਤਰ ਤੇ ਭਿਗੋਏ, ਰੋ ਰੋ ਕੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਸਾਰੇ ਬਸਤਰ ਭਿਉਂ ਦਿੱਤੇ ਨੇ। ਜੋ ਦੇਖਤ ਸੋ ਗਦਗਦ ਤੇ ਹੋਏ। ਆਪਣੇ ਪੁੱਤਰ ਦਾ ਸੁੰਦਰ ਮੁਖ ਵੇਖ ਕਰਕੇ ਬੁੱਢੀ ਮਾਤਾ ਤ੍ਰਿਪਤਾ ਜੀ ਗਦ ਗਦ ਹੋਈ ਹੈ, ਪ੍ਰਸੰਨ ਹੋਈ ਹੈ। ਕੌਰੀ ਤੇ ਸੁਤ ਕੋ ਨਹਿ ਤੇ ਤਜਈ। ਇਸ ਪ੍ਰਕਾਰ ਆਪਣੀ ਜੱਫੀ ਤੋਂ ਆਪਣੇ ਕਲਾਵੇ ਤੋਂ ਪੁੱਤਰ ਨੂੰ ਛੱਡਦੀ ਨਹੀਂ। ਆਦਿਕ ਬਿਰਹੋ ਤੇ ਮਿਲਤ ਨ ਇਸ ਰਜਈ। ਪ੍ਰਕਾਰ ਬੜੇ ਸਮੇਂ ਬਾਅਦ ਮਾਤਾ ਜੀ ਮਿਲੇ ਨੇ ਤੇ ਮਿਲ ਕੇ ਰਜਦੇ ਨਹੀਂ। ਬਦਨ ਬਿਲੋਕਤ ਸੁੰਗਤ ਇਸ ਮਾਥਾ। ਪ੍ਰਕਾਰ ਆਪਣੇ ਪੁੱਤਰ ਦਾ ਕਦੇ ਸੁੰਦਰ ਮੁਖ ਵੇਖਦੀ ਹੈ, ਕਦੇ ਮੱਥਾ ਚੁੰਮਦੀ ਹੈ। ਕਾਤ ਨੇਹ ਸਿਰ ਫੇਰਤ ਬੜੇ ਹਾਥਾ। ਪ੍ਰੇਮ ਦੇ ਨਾਲ ਮਾਤਾ ਜੀ ਮੱਥੇ ਉੱਪਰ ਸਿਰ ਉੱਪਰ ਹੱਥ ਫੇਰਦੇ ਨੇ। ਕੁਤੀ ਬ੍ਰਿਧ ਬਲ ਤੇ ਤਨ ਹੀਨਾ। ਤੇ ਭਾਈ ਕਾਲਾ ਜੀ ਕਹਿੰਦੇ ਮਾਤਾ ਤ੍ਰਿਪਤਾ ਜੀਆਂ ਦਾ ਸਰੀਰ ਬਜ਼ੁਰਗ ਹੋ ਚੁੱਕਾ ਹੈ, ਸਰੀਰ ਹੈ ਜੋ ਬਲ ਤੋਂ ਰਹਿਤ ਹੈ। ਗੁਣ ਸਮੀਪ ਬੈਸੀ ਸੁਖਲੀਨਾ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਫੜ ਕਰਕੇ ਮਾਤਾ ਜੀਆਂ ਨੂੰ ਬੜੇ ਪ੍ਰੇਮ ਦੇ ਨਾਲ ਆਪਣੇ ਕੋਲ ਬਹਾਇਆ ਹੈ। ਜਬ ਕਾਲੂ ਨੇ ਸੋਧ ਇਉ ਤੇ ਪਾਈ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਖਬਰ ਮਿਲੀ ਹੈ ਕਿ ਮੇਰਾ ਪੁੱਤਰ ਆਇਆ ਹੈ, ਬੈਸਿਓ ਵਹਿਰ ਤਾਤ ਮਮ ਇਸ ਆਈ। ਪ੍ਰਕਾਰ ਨਗਰ ਤੋਂ ਬਾਹਰ ਬੈਠਾ ਹੈ। ਤਤਸਿਨ ਦੀਨ ਤੁਰੰਗਨ ਪਾਵਾ। ਤੇ ਛੇਦੀ ਦੇ ਨਾਲ ਕਿੱਲੇ ਦੇ ਨਾਲ ਘੋੜੀ ਖੋਲੀ ਹੈ, ਉੱਪਰ ਕਾਠੀ ਪਾਈ ਹੈ। ਹਵੈ ਉਰੂੜ ਤੂਰਨ ਅਬ ਤਬ ਆਵਾ। ਇਸ ਪ੍ਰਕਾਰ ਛੇਦੀ ਦੇ ਨਾਲ ਘੋੜੀ ਦੜਾਉਂਦਾ ਬਾਬਾ ਕਲਿਆਣ ਚੰਦ ਖੇਤਾਂ ਵਿੱਚ ਪਹੁੰਚਿਆ ਹੈ। ਪਿਤਾ ਬਿਲੋਕ ਉਠੇ ਦੁਖ ਕੰਦਨ। ਤੇ ਪਿਤਾ ਨੂੰ ਵੇਖ ਕਰਕੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਉੱਠੇ ਨੇ। ਪਦ ਅਰਬਿੰਦ ਕਰਤ ਪੈ ਬੰਦਨ। ਤੇ ਜਾ ਕਰਕੇ ਆਪਣੇ ਪਿਤਾ ਦੇ ਚਰਨਾਂ ਤੇ ਨਮਸਕਾਰ ਮਹਾਰਾਜ ਜੀਆਂ ਨੇ ਕੀਤੀ ਹੈ। ਮੜਵਾ ਤੇ ਉਤਰਿਓ ਤਤਕਾਲਾ। ਇਸ ਪ੍ਰਕਾਰ ਫਿਰ ਬਾਬਾ ਕਲਿਆਣ ਚੰਦ ਜੀ ਘੋੜੀ ਤੋਂ ਥੱਲੇ ਉਤਰ ਆਏ ਨੇ। ਕਰ ਸੋ ਲਾਇਓ ਪ੍ਰੇਮ ਵਿਸਾਲਾ। ਬੜੇ ਪ੍ਰੇਮ ਦੇ ਨਾਲ ਆ ਕਰਕੇ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਗਲ ਲਾਇਆ ਹੈ। ਜਨ ਬਹੁ ਭੁਖੇ ਮਿਲਿਓ ਆਹਾਰਾ। ਏਦਾਂ ਖੁਸ਼ੀ ਹੋਈ ਹੈ ਮਾਤਾ ਤ੍ਰਿਪਤਾ ਤੇ ਬਾਬਾ ਕਲਿਆਣ ਚੰਦ ਨੂੰ ਜਿਵੇਂ ਕਿਸੇ ਭੁੱਖੇ ਨੂੰ ਭੋਜਨ ਮਿਲਿਆ ਹੋਵੇ। ਮਰਤਿਓ ਪਾਸੇ ਪਾਇਓ ਬਾਰਾ। ਜਿਵੇਂ ਕਿਸ ਮਰਦੇ ਨੂੰ ਇਸ ਪ੍ਰਕਾਰ ਜਲ ਮਿਲ ਜਾਵੇ ਨਾ ਮੂੰਹ ਵਿੱਚ ਜਲ ਪੈ ਜਾਵੇ, ਏਦਾਂ ਪੁੱਤਰ ਦਾ ਮਿਲਾਪ ਹੋਇਆ ਹੈ। ਨੀਰ ਵਿਮੋਚਿਤ ਲੋਚਨ ਦਰਤੇ। ਦੋਵੇਂ ਹੀ ਮਾਤਾ ਪਿਤਾ ਇਸ ਪ੍ਰਕਾਰ ਅੱਖਾਂ ਤੋਂ ਹੰਝੂ ਸੁੱਟਦੇ ਨੇ। ਗਦ ਗਦ ਬੋਲਿਓ ਜਾਇ ਨ ਕਰਤੇ। ਤੇ ਜਿਹੜਾ ਗਲਾ ਹੈ ਉਹ ਬਰਾਗ ਦੇ ਨਾਲ ਭਰ ਆਇਆ ਹੈ, ਕੁਝ ਬੋਲਿਆ ਨਹੀਂ ਜਾਂਦਾ। ਅਪਰ ਲੋਕ ਸੁਨ ਕਰ ਬਹੁ ਤੇ ਆਏ। ਜਦੋਂ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਬਾਬਾ ਕਲਿਆਣ ਚੰਦ ਦਾ ਪੁੱਤਰ ਗੁਰੂ ਨਾਨਕ ਆਇਆ ਹੈ, ਸਾਰਾ ਹੀ ਨਗਰ ਖੇਤਾਂ ਵੱਲ ਦੌੜਿਆ ਹੈ। ਮਿਲੇ ਭਾਉ ਤਰ ਹਰਕ ਵਢਾਏ। ਜੋ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਨਾਲ ਪੜ੍ਹਦੇ ਸਨ, ਗਲੀਆਂ ਦੇ ਵਿੱਚ ਖੇਡਦੇ ਬਚਪਨ ਦੇ ਸਾਥੀ, ਸਾਰੇ ਹੀ ਆ ਕਰਕੇ ਮਹਾਰਾਜ ਜੀਆਂ ਤਾਈਂ ਮਿਲੇ ਨੇ। ਬੈਠ ਗਏ ਸਭ ਤਿਸਹੀ ਇਸ ਥਾਈ। ਪ੍ਰਕਾਰ ਸਾਰੇ ਆ ਕਰਕੇ ਭਾਈ ਬਾਲੇ ਦੇ ਖੂਹ ਦੇ ਖੇਤਾਂ ਦੇ ਵਿੱਚ ਬੈਠੇ ਨੇ। ਜਹਾਂ ਦਿਸ ਮਦ ਬੇਦੀ ਕੁਲ ਰਾਈ। ਤੇ ਗੁਰੂ ਨਾਨਕ ਪਾਤਸ਼ਾਹ ਏਦਾਂ ਸੋਭ ਰਹੇ ਨੇ ਵਿਚਾਲੇ ਬੈਠੇ, ਜਿਵੇਂ ਕਰੋੜਾਂ ਤਾਰਿਆਂ ਦੇ ਵਿੱਚ ਚੰਦਰਮਾ ਸੋਭਾ ਪਾਉਂਦਾ ਹੈ। ਦੇਖ ਪ੍ਰੇਮ ਬਹੁ ਕੋਈ ਨ ਬੋਲਾ। ਤੇ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ, ਪਰ ਕੋਈ ਵੀ ਕੁਝ ਬੋਲਦਾ ਨਹੀਂ। ਇੱਕ ਘਟਕਾ ਲਗ ਰਹੇ ਅਡੋਲਾ। ਇਸ ਪ੍ਰਕਾਰ ਇੱਕ ਘੜੀ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਅਡੋਲ ਬੈਠ ਕਰਕੇ ਬਿਨਾਂ ਹਿੱਲੇ ਜੁਲੇ ਸਮਰੱਥ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਤ੍ਰਿਤ ਤਲ ਤ੍ਰਿਪਤਾ ਗਿਰਾ ਉਚਾਰੀ। ਇਸ ਪ੍ਰਕਾਰ ਫਿਰ ਮਾਤਾ ਤ੍ਰਿਪਤਾ ਜੀ ਬੋਲੇ ਨੇ। ਵਾਰ ਵਾਰ ਸੁਖ ਤੋ ਪਰਵਾਰੀ। ਇਸ ਪ੍ਰਕਾਰ ਮੇਰੇ ਪੁੱਤਰ ਗੁਰੂ ਨਾਨਕ ਮੈਂ ਬਾਰਵੇਂ ਬਲਿਹਾਰਨੇ ਜਾਂਦੀ ਹਾਂ। ਦੋਹਰਾ ਦਰਸ਼ਨ ਦੀਨੋ ਆਨਕੈ। ਤੁਸੀਂ ਆਪ ਆ ਕਰਕੇ ਦਰਸ਼ਨ ਬਖਸ਼ੇ ਨੇ। ਮੋਕੋ
ਸਾਡੇ ਬਜ਼ੁਰਗ ਸਰੀਰ ਨੂੰ ਨਿਹਾਲ ਕੀਤਾ ਹੈ। ਨਿਸ ਬਾਸੁਰ ਤਬ ਹੇਤ ਤੇ ਮੈਂ ਤਾਂ ਪੁੱਤਰ ਜੀ ਦਿਨ ਰਾਤ ਬੜੇ ਪ੍ਰੇਮ ਦੇ ਨਾਲ ਚਿੰਤਾ ਤੁਰ ਬੇਹਾਲ ਆਪ ਜੀਆਂ ਦੀ ਚਿੰਤਾ ਕਰਦੀ ਸੀ, ਆਪ ਜੀਆਂ ਨੂੰ ਯਾਦ ਕਰਦੀ ਸੀ। ਚੌਪਈ ਇੱਕ ਸੁਤ ਹਮਰੇ ਦੂਜੋ ਨਾਹੀ। ਦੇਖੋ ਪੁੱਤਰ ਜੀ, ਤੁਸੀਂ ਸਾਡੇ ਘਰ ਦੇ ਵਿੱਚ ਇੱਕੋ ਹੀ ਪੁੱਤਰ ਹੋ, ਕੋਈ ਸਾਡਾ ਦੂਸਰਾ ਸਹਾਰਾ ਨਹੀਂ ਹੈ। ਘਰ ਤਜ ਰਲਿਓ ਫਕੀਰਨ ਮਾਹੀ। ਤੇ ਤੂੰ ਵੀ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਫਕੀਰਾਂ ਵਾਲੀ ਦਿਸ਼ਾ ਬਣਾਈ ਹੈ। ਭਾਈ ਅਧੀਰ ਬਿਸੂਰਤ ਸਦਾ ਇਸ ਪ੍ਰਕਾਰ ਅਸੀਂ ਤੁਹਾਡੇ ਵਿਛੋੜੇ ਦੇ ਵਿੱਚ ਧੀਰਜ ਤੋਂ ਰਹਿਤ ਦੁਖੀ ਰਹਿੰਦੇ ਹਾਂ। ਅਬ ਲਾਖਤ ਦਰਸ਼ਨ ਹਵੇ ਕਦਾ ਤੇ ਹਮੇਸ਼ਾ ਹੀ ਆਪ ਜੀਆਂ ਦੇ ਦਰਸ਼ਨਾਂ ਦੀ ਇੱਛਾ ਰਹਿੰਦੀ ਹੈ। ਬਹੁਤ ਬਰਖ ਬੀਤੇ ਤੁਝ ਗਏ। ਇਹ ਪੁੱਤਰ ਜੀ, ਤੁਹਾਨੂੰ ਗਿਆਨ ਨੂੰ ਸਾਡੇ ਕੋਲੋਂ ਦੂਰ ਬੜੇ ਸਾਲ ਹੋ ਗਏ ਨੇ। ਦੇਸ ਵਿਦੇਸ਼ ਫਿਰੇ ਅਬ ਆਏ। ਆਪ ਜੀ ਦੇਸ਼ ਵਿਦੇਸ਼ ਘੁੰਮ ਆਏ ਹੋ। ਅਬ ਲੋਕਤ ਆਨੰਦ ਵਿਸਾਲਾ। ਇਸ ਪ੍ਰਕਾਰ ਬੜੇ ਖੁਸ਼ੀ ਦੇ ਵਿੱਚ ਸਾਰਿਆਂ ਨੂੰ ਵੇਖ ਕਰਕੇ ਆਪ ਜੀਆਂ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ਹੈ। ਜਿਉ ਕੌਸ਼ਲਿਆ ਰਾਮ ਕਿਰਪਾਲਾ। ਜਿਵੇਂ ਸ਼੍ਰੀ ਰਾਮ ਚੰਦਰ ਨੂੰ ਵੇਖ ਕਰਕੇ ਉਹਨਾਂ ਦੀ ਮਾਤਾ ਕੌਸ਼ਲਿਆ ਨੂੰ ਪ੍ਰੇਮ ਆਇਆ ਹੈ, ਏਦਾਂ ਸਾਨੂੰ ਤੁਹਾਡੇ ਤਾਈਂ ਪ੍ਰੇਮ ਜਾਗਿਆ ਹੈ। ਮੈਂ ਬਾਰੀ ਸੁਤ ਤੋ ਪਰਵਾਰੀ। ਇਹ ਪੁੱਤਰ ਜੀ, ਮੈਂ ਆਪ ਜੀਆਂ ਤੋਂ ਵਾਰ-ਵਾਰ ਬਾਰਨੇ ਬਲਿਹਾਰਨੇ ਜਾਂਦੀ ਹਾਂ। ਵਾਰ-ਵਾਰ ਕਹਿ ਗੁਰ ਮਹਤਾਰੀ। ਇਹ ਵਚਨ ਬਾਰ-ਬਾਰ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਕਰਦੇ ਹੋਏ ਆਪਣੇ ਪੁੱਤਰ ਗੁਰੂ ਨਾਨਕ ਤਾਈਂ ਕਹਿੰਦੇ ਨੇ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਤੀਸਰੀ ਉਦਾਸੀ ਸੰਪੂਰਨ ਕੀਤੀ ਹੈ। ਜੋ ਮਾਤਾ ਜੀ ਬਚਨ ਕਰ ਰਹੇ ਨੇ, ਇਹਨਾਂ ਗੱਲਾਂ ਦਾ ਕੱਲ੍ਹ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਜਵਾਬ ਦੇਣਗੇ ਜੀ। ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਸ਼ਰਵਣ ਕਰਨਾ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ, ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਵੀ ਇਹ ਮਨੁੱਖਾ ਸਰੀਰ ਸਫਲ ਹੋ ਜਾਵੇ, ਲੋਕ ਪਰਲੋਕ ਸਫਲਾ ਹੋਵੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸਾਧਤ ਗਾਵਣ ਆਇਆ। ਸਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹਉ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿ ਸਾਹਿਬਾ ਕਿਆ ਨਾਹੀ ਘਰ ਤੇਰਾ, ਘਾਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸਤਿ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨਹਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ।
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਭਏ ਸਾਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਾਈਆ ਵਾਚੈ ਧਰਮ ਹਦੂਰ ਕਰਨੀ ਆਪੋ ਆਪਣੀ ਜੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ